ਹਾਜ਼ਰੀ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਹਰ ਰੋਜ਼ ਦੀ ਤਰ੍ਹਾਂ ਇਸ ਕੋਲੇ ਆਪ ਜੀ ਦੇ ਨਾਲ ਹਾਜ਼ਰੀ ਹੁੰਦੀ ਹੈ। ਇੱਕ ਤੇ ਖਬਰਾਂ ਦੀ ਗੱਲਬਾਤ ਕਰ ਲਈਦੀ ਹੈ, ਦੂਜਾ ਅਸੀਂ ਆਪਣੀਆਂ ਉਦਾਹਰਨਾਂ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰੀਦੀ ਹੈ ਵੀ ਜੋ ਕੁਝ ਚੱਲ ਰਿਹਾ ਉਹਦੇ 'ਚ ਆਪਣਾ ਕਿੰਨਾ ਕੁ ਫਾਇਦਾ ਨੁਕਸਾਨ ਆ ਤੇ ਲੀਡਰ ਫਿਰ ਕਿਹੜੇ ਹਿਸਾਬ ਨਾਲ ਘੇਰਨ ਨੂੰ ਫਿਰਦੇ। ਨਾਲ ਵੀਰ ਪਰਮਵੀਰ ਬਾਠ ਹੋਣੀ, ਕੀ ਹਾਲ ਬਾਠ ਸਾਹਿਬ? ਬਹੁਤ ਵਧੀਆ ਜੀ, ਆਪਣਾ ਸੁਣਾਓ? ਠੀਕ ਠਾਕ, ਸਿਹਤਾਂ ਚੜ੍ਹਦੀ ਕਲਾ ਜੀ। ਜਿਵੇਂ ਬਹਿ ਜਾ ਸਿਟ ਡਾਊਨ ਹਾਲ ਦੀ ਘੜੀ ਇੱਦਾਂ ਹੀ ਆ, ਗਰਮੀ ਘਟੀ ਆ। ਚਲੋ ਤਾਂ ਵੀ ਚੰਗਾ, ਹੋਰ ਕੀ ਚਾਹੀਦਾ, ਕੀ ਲੈ ਜਾਣਾ ਹੋਰ ਦੁਨੀਆ ਤੋਂ? ਹਾਂ ਨਹੀਂ, ਮੈਂ ਤਾਂ ਉਹੀ ਸੋਚਦਾ ਸੀ ਵੀ ਆ 2-3 ਦਿਨ ਜਿਹੜੀ ਗਰਮੀ ਪਈ ਆ, ਕਦੀ ਆਂਢੀਆਂ ਬਰਫ਼ ਚੱਕ, ਕਦੀ ਗੁਆਂਢੀਆਂ ਦੇ ਚੱਕ, ਅਗਲੇ ਵੀ ਕਹਿੰਦੇ ਬੱਤੀ ਤਾਂ ਆਈ ਨਹੀਂ ਭਾਈ, ਹੁਣ ਸਾਡੇ ਵੀ ਨਹੀਂ ਜੰਮੀ। ਆਹ ਸਹੀ ਗੱਲ ਹੈ, ਬਿਜਲੀ ਦੇ ਕੱਟਾਂ ਦਾ ਕਰਕੇ ਬਰਫ਼ ਦੀ ਕਿੱਲਤ ਵੀ ਹੈਗੀ। ਮੈਂ ਦੇਖਿਆ ਇੱਥੇ ਆ ਕੇ ਨਾ ਇੱਕ ਚੀਜ਼ ਜਿਹੜੀ ਉਹ ਥੋੜੀ ਜਿਹੀ ਘੱਟ ਹੁਣ ਹੋਣੀ ਪਈ। ਬੰਦਾ ਕੋਠੇ ਤੇ ਚੜ੍ਹ ਕੇ ਦੇਖਦਾ ਨਹੀਂ, ਬੱਤੀ ਫਲਾਨਿਆਂ ਦੇ ਹੈਗੀ ਆ, ਉਧਰਲਾ ਟਰਾਂਸਫਾਰਮਰ ਚੱਲਦਾ, ਆਪਣੇ ਦਾ ਫਿਊਜ਼ ਉੜਿਆ, ਇਹ ਕੰਮ ਨਹੀਂ ਹੁੰਦਾ। ਨਹੀਂ ਹੁਣ ਪਤਾ ਹੀ ਹੈ ਨਾ, ਉਹ ਤੇ ਕੋਠੇ ਤੇ ਚੜਾਂਗੇ, ਧੁੱਪੇ ਨਿਕਲੂ ਬੰਦਾ, ਪੌੜੀਆਂ ਚੜੂ, ਫਿਰ ਵੇਖੂ ਹੈ ਨਾ, ਜਾਂ ਕਿਸੇ ਨੂੰ ਪੁੱਛੂ, ਜਾਂ ਰਾਤ ਵਾਲੇ ਹਿਸਾਬ ਨਾਲ ਆਪਾਂ ਵੇਖ ਲਈਏ ਵੇਖਾਂ ਚਾਨਣ ਜਾਂ ਕਿਹੜੇ ਪਾਸੇ ਹਨ। ਹੁਣ ਤੇ ਅਗਲਾ ਬੰਦਾ ਨਾਲ ਦੀ ਨਾਲ ਕਹਿੰਦਾ ਫੋਨ ਕਰ, ਫੋਨ ਫਲਾਨਿਆਂ ਨੂੰ ਖੜਕਾ ਭਲਾ ਹੈਗੀ ਆ ਉਹਨਾਂ ਦੇ। ਤੇ ਅਗਲਾ ਵੀ ਮੂਹਰੇ ਕਹਿੰਦਾ ਆਹ ਦੁਪਹਿਰੇ ਦਿਨ ਦੇਖ ਕੇ ਇਹਦਾ ਆ ਗਿਆ, ਲੋਕਾਂ ਨੂੰ ਖਰੇ ਚੈਨ ਹੀ ਨਹੀਂ ਆਉਂਦੀ। ਮਹਾ ਅੱਖ ਲੱਗੀ, ਸਾਰੀ ਰਾਤ ਮੱਛਰ ਲੜਦਾ ਰਿਹਾ, ਮਾੜੀ ਜਿਹੀ ਹੁਣ ਵਾਹ ਵਗੀ ਸੀ ਤੇ ਅੱਖ ਲੱਗੀ ਦੇ ਨਾਲ ਹੀ ਫਿਰ ਟੂਣੂ ਨੂੰ ਕਰਾਉਣ ਦੇ ਲੋਕੀ। ਬੀਬੀਆਂ ਦਾ ਬਹੁਤਾ ਔਖਾ ਹੁੰਦਾ ਗਰਮੀਆਂ 'ਚ ਜਦੋਂ ਬੱਤੀ ਜਾਂਦੀ, ਖਾਸ ਤੌਰ ਤੇ। ਪਹਿਲੀ ਗੱਲ ਹੈ ਕਿ 12-1 ਵਜੇ ਤੱਕ ਨਿਆਣਿਆਂ ਨੂੰ ਝੱਲ ਮਾਰੀ ਜਾਣੀ, ਕਦੀ ਦੁਪੱਟੇ ਨਾ, ਕਦੀ ਪੱਖੀ ਨਾ, ਤੇ ਉਧਰਲੇ ਪਾਸੇ ਮਾੜਾ ਜਿਹਾ ਨਿਆਣਿਆਂ ਦੀ ਅੱਖ ਲੱਗਣੀ ਤਾਂ ਬੀਬੀ ਨੂੰ ਆਪ 15-20 ਮਿੰਟ ਲੱਗ ਜਾਣੇ। ਜਦੋਂ ਤੱਕ ਬੀਬੀ ਦੀ ਅੱਖ ਲੱਗਣੀ, ਨਿਆਣਾ ਫੇਰ ਉੱਠ ਪੈਣਾ। ਇੱਕ ਪਤਾ ਨਹੀਂ ਬਾਠ ਸਾਹਿਬ ਤੁਹਾਡੇ ਨਾਲ ਕਦੀ ਵਾਪਰਿਆ ਹੋਵੇ ਨਾ ਵਾਪਰਿਆ ਹੋਵੇ, ਮੈਨੂੰ ਯਾਦ ਆ 1-2 ਵਾਰਾਂ ਹੋ ਜਾਂਦਾ, ਹੋ ਸਕਦਾ ਕਈਆਂ ਨਾ ਹੋਵੇ। ਮਤਲਬ ਜੇ ਬੱਤੀ ਨਾ ਆਉਣੀ ਤੇ ਮੰਨ ਲਓ ਰਾਤ ਨੂੰ ਤੁਸੀਂ ਪੱਖੀ ਚੱਲ ਰਹੇ ਨਾ, ਹੁਣ ਮੈਂ ਤਾਂ ਸੋਚਦਾ ਵੀ ਚਲੋ ਪੱਖੀ ਚੱਲਣੀ, ਹੁਣ ਹੌਲੀ ਹੌਲੀ ਉਹ ਇੱਕ ਧੁੰਨ ਜੀ ਬਣ ਜਾਂਦੀ ਆ, ਹਵਾ ਵੀ ਠੰਡੀ ਆਉਣ ਲੱਗ ਪੈਂਦੀ ਆ, ਥੋੜ੍ਹਾ ਜਿਹਾ ਗਾ ਮਾਹੌਲ ਜਿਹਾ ਬਣਦਿਆਂ ਅੱਖ ਲੱਗ ਜਾਂਦੀ ਹੈ। ਅੱਖ ਲੱਗਦੀ ਆ, ਹੱਥ ਰੋਕਦਾ ਤੇ ਪੱਖੀ ਫਿਰ ਠਾਹ ਮੂੰਹ ਤੇ ਵੱਜਦੀ, ਫਿਰ ਜਾਗ ਆ ਜਾਂਦੀ ਵੀ ਮਿੱਤਰਾ ਕੀ ਗੱਲ, ਸੌਂ ਚੱਲਿਆ, ਉੱਠ, ਪੱਖੀ ਨਹੀਂ ਚੱਲਣੀ। ਨਹੀਂ, ਇੱਕ ਚੀਜ਼ ਵਿੱਚੋਂ ਮਿਸ ਕਰਕੇ ਬੰਦਾ ਫਿਆਲ ਦੁਆਲੇ ਦੇਖਦਾ ਕਿ ਇਹਨੇ ਦੇਖਿਆ ਤਾਂ ਨਹੀਂ। ਬੀਬੀਆਂ ਦੇ ਬਜ਼ੁਰਗ ਜਿਹੜੀਆਂ ਬੀਬੀਆਂ, ਉਹਨਾਂ ਦੀ ਪੱਖੀ ਡਿੱਗ ਪੈਂਦੀ ਹੁੰਦੀ ਥੱਲੇ। ਜਦੋਂ ਡਿੱਗ ਪੈਂਦੀ ਫਿਰ ਉਹਨਾਂ ਆਲੇ ਦੁਆਲੇ ਦੇਖਣਾ, ਪੁੱਤ ਫੜਾਈ ਖਾ ਪੱਖੀ। ਚਲੋ ਪੱਖੀ ਦੀ ਗੱਲ ਇੱਦਾਂ ਵੀ ਪੱਖੀ ਵੀ ਰੁਕ ਗਈ, ਪੱਖਾ ਵੀ ਰੁਕ ਗਿਆ, ਇਨਵਰਟਰ ਵੀ ਬੰਦ ਆ, AC ਤਾਂ ਕੀ ਚੱਲਣਾ ਹੁਣ ਤਾਂ, ਕਹਿੰਦੇ ਪੱਖੇ ਦੀ ਵੀ ਆਸ ਨਹੀਂ ਆ। ਕਿਉਂਕਿ ਕੁਛ ਦਿਨ ਪਹਿਲਾਂ ਠੰਡੀ ਹਵਾ ਦਾ ਬੁੱਲਾ ਆਉਂਦਾ ਸੀ, ਪਰ ਹੌਲੀ ਹੌਲੀ ਉਹ ਠੰਡੀ ਹਵਾ ਜਿਹੜੀ ਗਰਮੀ 'ਚ ਬਦਲੀ, ਕਿਉਂਕਿ ਸੁਣਨ 'ਚ ਆ ਰਿਹਾ ਕਿ ਅਗਲਿਆਂ ਨੇ ਪਿੱਛੋਂ ਕਨੈਕਸ਼ਨ ਹੀ ਕੱਟ ਦਿੱਤਾ ਕਿ ਜਾ ਬਈ ਅਨਿਲ ਜੋਸ਼ੀ ਸਾਹਿਬ, ਤੇਰਾ ਸਾਡਾ ਕੋਈ ਇਲਾਕਾ ਦੇਖਾ ਨਹੀਂ, ਤੂੰ ਰਹਿ ਕਿਸਾਨਾਂ ਦੇ ਨਾਲ। ਦੇਖੋ, ਬੰਦੇ ਦਾ ਕਿਤੇ ਪਤਾ ਲੱਗਦਾ ਨਾ, ਪਾਰਟੀ ਦਾ ਪਤਾ ਲੱਗਦਾ। ਕੋਈ ਸਮਾਂ ਸੀ ਜਦੋਂ ਭਾਰਤੀ ਜਨਤਾ ਪਾਰਟੀ ਦਾ ਅਕਾਲੀਆਂ ਨਾਲ ਸਮਝੌਤਾ ਸੀ, ਗੱਠਜੋੜ ਹੋ ਗਿਆ, ਸਰਕਾਰ ਬਣ ਗਈ, ਤਾਂ ਜਿਹੜੇ 17-18 ਬੰਦੇ ਜਿੱਤੇ ਉਹਨਾਂ ਦੇ ਵਿੱਚੋਂ ਕਹਿੰਦੇ ਦੱਸੋ ਜੀ ਆਪਣੇ 2-3 ਬੰਦੇ ਮੰਤਰੀ ਕਿਹੜੇ ਬਣਾਉਣੇ ਆ? ਜੋਸ਼ੀ ਸਾਹਿਬ ਬਣਨਗੇ ਮੰਤਰੀ, ਵਧੀਆ ਬੰਦੇ ਨੇ, ਪਾਰਟੀ ਨੂੰ ਮਜ਼ਬੂਤ ਕਰਦੇ ਆ, ਵਰਕਰਾਂ 'ਚ ਬੜੀ ਵਧੀਆ ਬੱਲੇ ਆ, ਗਰਾਊਂਡ ਤੇ ਕੰਮ ਕਰਦੇ ਆ, ਨੀਤੀਆਂ ਦਾ ਬਹੁਤ ਪਤਾ, ਪਾਰਟੀ ਦੀ ਗੱਲ ਐਂ ਰੱਖਦੇ ਆ, ਬੰਦੇ ਦੇ ਖਾਨੇ ਪੈਂਦੀ ਆ। ਉਦੋਂ ਤਾਂ ਦੇਖੋ ਤੁਸੀਂ AC ਲਵਾਤਾ ਸੀ ਕਿ ਭਾਈ ਕੋਈ ਗੱਲ ਨਹੀਂ ਜੋਸ਼ੀ ਸਾਹਿਬ ਬਹਿ ਕੇ ਕੰਮ ਕਰੋ, ਹੁਣ ਪੱਖੀ ਵੀ ਖੋਣ ਨੂੰ ਫਿਰਦੇ ਆ। ਨਹੀਂ ਖੋਈ ਗਈ ਹੈ ਕਿ ਹੁਣ ਕਿੱਥੇ, ਉਹ ਤਾਂ ਕਹਿੰਦੇ ਵੀ ਲੈ ਚੱਲ ਰਹੀ ਰਹਿ ਗਈ ਹੱਥ 'ਚ। ਪਰ ਇੱਕ ਗੱਲ ਹੈ, ਹੁਣ ਇਹ ਜਿਸ ਮੋੜ ਤੇ ਆ ਕੇ ਜਿਸ ਹਿਸਾਬ ਨਾਲ ਇੱਕ ਪੰਜਾਬ ਭਾਜਪਾ ਵੱਲੋਂ ਨੋਟਿਸ ਦਾ ਆਉਣਾ, ਨੋਟਿਸ ਦਾ ਜਵਾਬ ਦਿੱਤਾ ਜਾਣਾ, ਉਸ ਤੋਂ ਬਾਅਦ ਨਾਲ ਹੀ ਪ੍ਰੈਸ ਕਾਨਫਰੰਸ ਕਰਕੇ ਲਲਕਾਰਨਾ ਵੀ ਜੇ ਤੁਹਾਨੂੰ ਐਂ ਜਾਪਦਾ ਤੇ ਭਾਈ ਸਾਹਿਬ ਇਹ ਠੀਕ ਹੈ, ਅਨੁਸ਼ਾਸਨਹੀਨਤਾ ਹੀ ਮੰਨ ਲੈਂਦੇ ਆ। ਤੇ ਅਗਲੇ ਪਾਸੋਂ ਇਹ ਨਹੀਂ ਵੀ ਕੋਈ 2-4 ਦਿਨ 10 ਦਿਨ ਆਓ ਬੈਠਦੇ ਆ ਕਰਦੇ ਆ, ਇੱਦਾਂ ਕਿਸੇ ਨੇ ਕੀਤਾ ਹੀ ਨਹੀਂ। ਉਹ ਤੇ ਐਂ ਜਾਪਦਾ ਸੀ ਵੀ ਜਿੱਦਾਂ ਇੱਕ ਹੁੰਦਾ ਨਾ ਵੀ ਮਤਲਬ ਉਹ ਪਿਛਲੇ ਪਾਸਿਓਂ ਮਨ ਬਣਾਇਆ ਸੀ ਵੀ ਤਾਰ ਲਾਉਣੀ ਹੈ, ਬਸ ਮਾੜਾ ਜਿਹਾ ਹੱਥ ਪਾ ਕੇ ਘਰਾਂ ਆਖਿਰ ਪੁੱਛਿਆ ਵੀ ਮੰਨਦਾ ਕਿ ਨਹੀਂ ਬਈ, ਉਹਨੇ ਜੀ ਨਹੀਂ, ਉਹ ਚੰਗਾ ਫਿਰ ਚੰਗਾ ਜੀ, ਜਾਂ ਫਿਰ ਅਸੀਂ ਵੀ ਨਹੀਂ ਮੰਨਦੇ। ਹੁਣ ਸੰਧਾਲੀਆ ਸਾਹਿਬ ਦੇਖੋ, ਜੋਸ਼ੀ ਸਾਹਿਬ ਨੂੰ ਜਦੋਂ ਕਾਰਨ ਦੱਸੋ ਨੋਟਿਸ ਗਿਆ, ਉਹਦੇ ਤੋਂ ਬਾਅਦ ਇੱਕ ਚਰਚਾ ਬਹੁਤ ਸੀ ਕਿ ਮਾਸਟਰ ਮੋਹਨ ਲਾਲ ਦਾ ਕੀ ਬਣੂਗਾ ਤੇ ਜਲੰਧਰ ਵਾਲੇ KD ਭੰਡਾਰੀ ਸਾਹਿਬ ਦਾ ਕੀ ਬਣੂਗਾ, ਜਿਨ੍ਹਾਂ ਨੇ ਕਿਹਾ ਸੀ ਕਿ ਜੋਸ਼ੀ ਦੇ ਤੌਖਲੇ ਤਾਂ ਜਾਇਜ਼ ਨੇ। ਜੋਸ਼ੀ ਸਾਹਿਬ ਨੇ ਵੀ ਕਿਹਾ ਸੀ ਮੈਂ ਪਾਰਟੀ ਦੇ ਖਿਲਾਫ ਕੁਛ ਨਹੀਂ ਕਿਹਾ, ਮੈਂ ਕੇਂਦਰ ਸਰਕਾਰ ਦੇ ਖਿਲਾਫ ਕੁਛ ਨਹੀਂ ਕਿਹਾ, ਮੈਂ ਇਹ ਵੀ ਨਹੀਂ ਸੀ ਕਿਹਾ ਕਿ ਕਾਨੂੰਨ ਵਾਪਸ ਲਓ, ਮੈਂ ਤਾਂ ਕਹਿੰਦੇ ਇਹ ਕਿਹਾ ਸੀ ਕਿ ਕਿਸਾਨਾਂ ਦੀ ਸੰਤੁਸ਼ਟੀ ਕਰਾਓ, ਤੇ ਦੂਸਰਾ ਕਿਹਾ ਸੀ ਕਿ ਪੰਜਾਬ ਦੀ ਪਾਰਟੀ ਦੀ ਲੀਡਰਸ਼ਿਪ ਝੂਠ ਨਾ ਬੋਲੇ, ਗੁੰਮਰਾਹ ਨਾ ਕਰੇ, ਜੋ ਪੰਜਾਬ 'ਚ ਘੱਟ ਵਾਪਰਿਆ ਸਹੀ ਜਾ ਕੇ ਹਾਈ ਕਮਾਂਡ ਨੂੰ ਦੱਸੇ। ਚਲੋ ਅਗਲਿਆਂ ਨੇ 4-5 ਸਵਾਲ ਵੀ ਪੁੱਛੇ, ਜੇ ਮੈਂ ਕਿਸਾਨਾਂ ਦੇ ਹੱਕ 'ਚ ਖੜਾ ਤਾਂ ਦੱਸੋ ਅਨੁਸ਼ਾਸਨਹੀਣਤਾ, ਮੈਂ ਸ਼ੈਲਰ ਵਾਲਿਆਂ ਦੇ, ਵਪਾਰੀਆਂ ਦੇ, ਔਰਤੀਆਂ ਦੇ ਹੱਕ 'ਚ ਖੜਾ ਤਾਂ ਦੱਸੋ ਕੀ ਘਾਟ ਕਰਤੀ, ਜੇ ਮੈਂ ਪਾਰਟੀ ਦੇ ਵਰਕਰ ਜਿਹੜੇ ਕਿਰਦੇ ਜਾ ਰਹੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿਹੜੀ ਅਨੁਸ਼ਾਸਨਹੀਣਤਾ ਕਰਤੀ। ਅਗਲਿਆਂ ਨੇ ਪੱਖੀ ਖੋਲੀ, ਉਹ ਕਹਿੰਦੇ ਜਾ ਵੀ ਹੁਣ ਕੁੰਜੀਆਂ ਕੰਜੀਆਂ ਅਸੀਂ ਖੋਲੀਆਂ, ਆਪਣਾ ਘਰ ਲੱਭੋ ਜੋਸ਼ੀ ਸਾਹਿਬ। ਪਰ ਸਭ ਤੋਂ ਵੱਡੀ ਗੱਲ ਕਿ ਜੇ ਜੋਸ਼ੀ ਸਾਹਿਬ ਨੂੰ ਕੱਢ ਦਿੱਤਾ,
ਉਹਦੇ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦਾ ਬਣੂਗਾ ਕੀ, ਇਹ ਬਹੁਤ ਵੱਡਾ ਸਵਾਲ ਹੈ। ਤੁਹਾਨੂੰ ਯਾਦ ਹੋਣਾ ਤੁਸੀਂ ਉਦੋਂ ਇੰਡੀਆ ਸੀ, ਜਲੰਧਰ ਸੀ, ਜਲੰਧਰ ਵਾਲੇ ਸਟੂਡੀਓ ਇੱਦਾਂ ਹੀ ਕੁਰਸੀ ਤੇ ਬੈਠੇ ਸੀ ਤੇ ਤੁਹਾਡੇ ਨਾਲ ਭਾਰਤੀ ਜਨਤਾ ਪਾਰਟੀ ਦੇ ਇੱਕ ਲੀਡਰ ਬੈਠੇ ਸੀ, ਇਹਨਾਂ ਨੂੰ ਸੁਰਜੀਤ ਕੁਮਾਰ ਜਿਆਣੀ ਕਹਿੰਦੇ ਆ। ਉਹ ਵੀ ਕਹਿੰਦੇ ਸੀ ਕਿ ਮੈਂ ਖੇਤੀ ਕਰਦਾ, ਮੈਨੂੰ ਕਿਸਾਨੀ ਦਾ ਪਤਾ, ਪੰਜਾਬ ਦੇ ਕਿਸਾਨਾਂ ਦਾ ਦਰਦ ਸਮਝੋ। ਪਰ ਜਦੋਂ ਅਗਲਿਆਂ ਨੇ ਦਬਕਾ ਜਾਂ ਮਾਰਿਆ ਹੋਊਗਾ ਜਾਂ ਦਿੱਲੀ ਜਾ ਕੇ ਸਮਝਾਇਆ ਹੋਊਗਾ ਜਾਂ ਟੈਲੀਫੋਨ 2-4 ਬੰਦਿਆਂ ਨੇ ਕੀਤਾ ਹੋਊਗਾ, ਜਿਆਣੀ ਸਾਹਿਬ ਦੇ ਸੁਰ ਬਦਲ ਗਏ, ਬਿਲਕੁਲ ਹੀ ਉਲਟ ਹੋ ਗਿਆ ਸੁਰ। ਚਲੋ ਠੀਕ ਹੈ, ਉਹਨਾਂ ਦੀ ਨਿੱਜੀ ਰਾਏ ਆ, ਜੋ ਮਰਜ਼ੀ ਕਰ। ਪਰ ਜਦੋਂ ਜੋਸ਼ੀ ਸਾਹਿਬ ਨੇ ਕਿਹਾ ਸੀ ਉਹੀ ਪਾਰਟੀ ਹੈ, ਇਦਾਂ ਹੀ ਜਿਆਣੀ ਸਾਹਿਬ ਮੰਤਰੀ ਸੀ, ਉਦਾਂ ਹੀ ਜੋਸ਼ੀ ਸਾਹਿਬ ਕਦੇ ਮੰਤਰੀ ਸੀ, ਉਹੀ ਗੱਠਜੋੜ ਦੇ ਵਿੱਚ ਮੰਤਰੀ ਸੀ। ਜਦੋਂ ਜੋਸ਼ੀ ਸਾਹਿਬ ਨੇ ਕਿਹਾ ਤਾਂ ਬਹੁਤ ਸਾਰੇ ਲੋਕਾਂ ਨੂੰ ਲੱਗਾ ਸੀ ਕਿ ਠੀਕ ਹੈ, ਜੋਸ਼ੀ ਸਾਹਿਬ ਦੀ ਪੁੱਛਗਿੱਛ ਘਟੀ ਹੋਆ, ਜਿਹੜੇ ਬੰਦੇ ਪਾਰਟੀ ਦੇ ਅੰਦਰ ਇਹਨਾਂ ਦੇ ਵਿਰੋਧੀ ਧੜੇ ਦੇ ਸੀ ਉਹਨਾਂ ਦੀ ਅੱਜ ਕੱਲ੍ਹ ਚੌਧਰ ਹੈ। ਬੰਦਾ ਸਿਰਫ ਚਮਕਣਾ ਚਾਹੁੰਦਾ, ਬੰਦਾ ਸਿਰਫ ਇਹ ਚਾਹੁੰਦਾ ਕਿ ਮਾੜਾ ਮੋਟਾ ਮੈਨੂੰ ਪੁੱਛੋ ਗਿੱਛੋ ਵੀ ਮਿਲਣੀ ਵਾਲੇ ਦਿਨ ਕੰਬਲ ਕਿਹੜਾ ਦੇਣਾ ਹੀ, ਮੈਂ ਵੀ ਹੈਗਾ ਹੀ, ਮਾੜੀ ਮੋਟੀ ਸਲਾਹ ਲਈਦੀ ਹੁੰਦੀ ਹੈ। ਵੈਸੇ ਹੀ ਪਕੌੜਾ ਲਿਆ ਕੇ ਪਲੇਟ 'ਚ ਰੱਖ ਦਿਆ, ਦੇਖੋ ਕੱਚਾ ਤਾਂ ਨਹੀਂ। ਇਹ ਫੁੱਫੜ ਜੀ ਕੋਕ ਲਾਉਂਗੇ ਕਿ ਲਿਮਕਾ ਲਿਆਈਏ ਤੁਹਾਡੀ? ਹੁੰਦਾ ਕੋਕ ਹੀ ਆ ਇਕੱਲਾ, ਹੁੰਦਾ ਹੀ ਨਹੀਂ। ਫੇਰ ਵੀ ਉਹੀ ਪੁੱਛਣਾ ਪਤਾ ਵੀ ਪਹਿਲੀ ਗੱਲ ਹੀ ਕਹਿ ਦੇਣੀ ਹੈ। ਹੁਣ ਸੰਧਾਲੀਆ ਸਾਹਿਬ ਜਦੋਂ ਉਹਨਾਂ ਨੂੰ ਦਬਕਾ ਪਿਆ, ਦਬਕਾ ਹੁੰਦਾ ਕਾਰਨ ਦੱਸੋ ਨੋਟਿਸ ਅਨੁਸ਼ਾਸਨਹੀਣਤਾ 24-48 ਘੰਟੇ, ਬਹੁਤੇ ਲੋਕਾਂ ਨੂੰ ਲੱਗਦਾ ਸੀ ਕਿ ਸ਼ਾਇਦ ਸਮਝਾ ਬੁਝਾ ਲਿਆ ਜਾਊਗਾ। ਉਹਨਾਂ ਨੇ ਕਿਹਾ ਵੀ ਸੀ ਕਿ ਹੁਣ ਮੈਨੂੰ ਰੋਜ਼ ਫੋਨ ਕਰਦੇ ਆ, ਪਹਿਲਾਂ ਮੇਰੀ ਗੱਲ ਨਹੀਂ ਸੀ ਸੁਣਦੇ। ਉਹਦੇ ਤੋਂ ਬਾਅਦ ਅਗਲਾ ਬੰਦਾ ਪਿੱਛੇ ਨਹੀਂ ਹਟਿਆ, ਉਹਨਾਂ ਨੇ ਜਿਆਣੀ ਵਾਂਗੂ ਨਹੀਂ ਕੀਤੀ, ਉਹ ਖੜੇ ਰਹੇ। ਉਹਦੇ ਤੋਂ ਬਾਅਦ ਕੇਡੀ ਭੰਡਾਰੀ ਸਾਹਿਬ ਤੇ ਮਾਸਟਰ ਮੋਹਨ ਲਾਲ ਦਾ ਸਟੈਂਡ ਕੀ ਬਦਲੂ, ਜਾਂ ਉਹ ਆਪਣੇ ਸਟੈਂਡ ਤੇ ਕਾਇਮ ਰਹਿਣਗੇ, ਤਾਂ ਕੀ ਪਾਰਟੀ ਇਹਨਾਂ ਦੋਨਾਂ ਬੰਦਿਆਂ ਦੇ ਉੱਤੇ ਵੀ ਕਾਰਵਾਈ ਕਰੂ? ਕਈ ਬੰਦੇ ਹੋਰ ਵੀ ਨੇ ਜਿਹੜੇ ਕਹਿੰਦੇ ਆ ਕਿ ਭਾਈ ਕਿਸਾਨਾਂ ਦੀ ਗੱਲ ਸੁਣੋ। ਪਰ ਅਨਿਲ ਜੋਸ਼ੀ ਹੋਰਾਂ ਨੇ ਜਿਹੜਾ ਹੁਣ ਨਵਾਂ ਕੰਮ ਸ਼ੁਰੂ ਕਰ ਦਿੱਤਾ, ਭਾਰਤੀ ਜਨਤਾ ਪਾਰਟੀ ਦੇ ਕਈ ਪੰਜਾਬ ਦੇ ਲੀਡਰਾਂ ਨੂੰ ਸਿਆਸੀ ਤੌਰ ਤੇ ਤੇੜੀ ਆ ਸਕਦੀ, ਦੰਦਲ ਨਹੀਂ ਮੈਂ ਕਹਿੰਦਾ ਅਜੇ। ਉਹਨਾਂ ਨੇ ਉਸੇ ਵੇਲੇ ਪਹਿਲਾਂ ਗਏ ਬਟਾਲੇ ਜਾ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ। ਉਹ ਕਹਿੰਦੇ ਤਾਂ ਕੀ ਹੋਇਆ, ਕਿਸੇ ਪਾਰਟੀ ਜਾਣ ਦਾ ਤਾਂ ਮੈਂ ਸੋਚਿਆ ਨਹੀਂ, 35 ਸਾਲ ਕਹਿੰਦੇ ਮਿਹਨਤ ਕੀਤੀ ਆ, ਮਿੰਟ ਅਗਲਿਆਂ ਨੇ ਇੱਕ ਲਾਇਆ, ਕੋਈ ਗੱਲ ਨਹੀਂ, ਮੇਰੇ ਅੰਦਰੋਂ ਥੋੜੀ ਕੱਢ ਦੇਣ ਲੱਗਿਆ, ਵਰਕਰਾਂ ਦੇ ਨਾਲ ਮੇਰਾ ਰਿਸ਼ਤਾ ਥੋੜੀ ਤੋੜ ਦੇਣ ਲੱਗਿਆ, ਪਾਰਟੀ ਚੋਂ ਕੱਢ ਦਿੱਤਾ। ਨਾਲ ਹੀ ਉਹ ਕਹਿੰਦੇ ਕਿ ਇੱਕ ਗੱਲ ਪੱਕੀ ਹੈ, ਕਿਸੇ ਸਿਆਸੀ ਪਾਰਟੀ 'ਚ ਅਜੇ ਮੈਂ ਜਾਣ ਦਾ ਸੋਚਿਆ ਨਹੀਂ, ਮੈਂ ਕਿਸਾਨਾਂ ਨਾਲ ਖੜਾ ਤੇ ਕਿਸਾਨਾਂ ਨਾਲ ਰਹੂੰਗਾ। ਉਹਦੇ ਤੋਂ ਬਾਅਦ ਬਟਾਲੇ ਦੇ ਕਈ ਭਾਰਤੀ ਜਨਤਾ ਪਾਰਟੀ ਵਾਲੇ ਨਾਲ ਖੜੇ ਸੀ। ਫਿਰ ਅਗਲਾ ਬੰਦਾ ਚਲਾ ਗਿਆ ਸੁਜਾਨਪੁਰ ਦੇ ਵਿੱਚ ਤੱਤਾ ਰੌਲਾ ਪਿਆ ਕੇ ਹਟਿਆ। ਉੱਥੇ ਇੱਕ ਕਾਉਂਸਲਰ ਨੇ ਰਾਜਕੁਮਾਰ ਭਾਰਤੀ ਜਨਤਾ ਪਾਰਟੀ ਦੇ, ਉਹ ਕਹਿੰਦੇ ਮੈਂ ਤਾਂ ਵਿਧਾਨ ਸਭਾ ਦੀ ਚੋਣ ਇੱਥੋਂ ਲੜੂੰਗਾ, ਨਾਲ ਹੀ ਕਹਿਤਾ ਭਾਵੇਂ ਆਜ਼ਾਦ ਲੜਨੀ ਪਵੇ। ਇਹਦੇ ਤੋਂ ਬਾਅਦ ਉਹ ਚਲ ਗਿਆ ਪਠਾਨਕੋਟ ਕੀ ਹੈ, ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਧਾਨ ਸਭਾ ਹਲਕਾ। ਪਠਾਨਕੋਟ ਗਏ, ਉੱਥੇ ਵੀ ਭਾਰਤੀ ਜਨਤਾ ਪਾਰਟੀ ਦੇ 2 ਧੜਿਆਂ ਤੇ ਇੱਕ ਧੜੇ ਦੇ ਕੁਝ ਲੀਡਰ ਉਹਨਾਂ ਨੂੰ ਮਿਲੇ। ਹੁਣ ਇੱਕ ਬੰਦੇ ਨੇ 5 ਸਵਾਲ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਪੁੱਛੇ, ਸ਼ਰਮਾ ਸਾਹਿਬ ਨੇ ਅਨੁਸ਼ਾਸਨਹੀਣਤਾ ਦਾ ਦੋਸ਼ ਲਾ ਕੇ ਕੱਢ ਦਿੱਤੇ। ਸੇਮ ਡੇ ਉਹਨਾਂ ਦੇ ਪਠਾਨਕੋਟ ਦੇ ਵਿੱਚ ਜਾ ਕੇ ਪੱਟ ਤੇ ਥਾਪੀ ਅਗਲਿਆਂ ਨੇ ਮਾਰ ਦਿੱਤੀ। ਇਹਦਾ ਮਤਲਬ ਹੈ ਕਿ ਜਿੰਨੇ ਬੰਦੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਬਾਗੀ ਸੁਰ ਰੱਖਦੇ ਆ, ਖਾਸ ਤੌਰ ਤੇ ਕਿਸਾਨ ਮਸਲੇ ਤੇ ਪਾਰਟੀ ਦੇ ਸਟੈਂਡ ਦੇ ਨਾਲ ਬਹੁਤਾ ਸਹਿਮਤ ਨਹੀਂ ਪਰ ਬੋਲਦੇ ਨਹੀਂ ਸੀ, ਉਹਨਾਂ ਨੂੰ ਜੋਸ਼ੀ ਸਾਹਿਬ ਨੇ ਮਾਝੇ ਦੇ ਵਿੱਚੋਂ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਤੇ ਇੱਕ ਉਹ ਪਰਿਵਾਰ ਦੇ ਵਿੱਚ ਗਏ। ਉਸ ਪਰਿਵਾਰ ਨੂੰ ਮਾਸਟਰ ਮੋਹਨ ਲਾਲ ਦਾ ਪਰਿਵਾਰ ਕਹਿੰਦੇ ਆ। ਤੇ ਮੈਂ ਇੱਥੇ ਇੱਕ ਚੇਤਾ ਕਰਾਦਾ ਕਿ ਜੋਸ਼ੀ ਸਾਹਿਬ ਦੇ ਪਾਰਟੀ ਤੋਂ ਬਾਹਰ ਜਾਣ ਦਾ ਸ਼ਾਇਦ ਸਭ ਤੋਂ ਵੱਧ ਜੇ ਨੁਕਸਾਨ ਕਿਸੇ ਨੂੰ ਹੋਣਾ ਹੈ, ਉਹ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਹੋ ਸਕਦਾ, ਕਿਉਂਕਿ ਜਿਹੜੇ ਪਠਾਨਕੋਟ ਹਲਕੇ ਤੋਂ ਸ਼ਰਮਾ ਸਾਹਿਬ ਇੱਕ ਵਾਰੀ MLA ਬਣੇ ਕਿ ਹਰ ਗਿਆ ਸੀ, ਉਸ ਹਲਕੇ ਤੋਂ ਕਦੇ ਮਾਸਟਰ ਮੋਹਨ ਲਾਲ ਚੋਣ ਲੜਦੇ ਹੁੰਦੇ ਸੀ ਤੇ ਮਾਸਟਰ ਮੋਹਨ ਲਾਲ ਦੀ ਟਿਕਟ ਕੱਟੀ ਗਈ। ਹੁਣ ਅਨਿਲ ਜੋਸ਼ੀ ਦਾ ਬਿਲਕੁਲ ਉਸੇ ਮਾਸਟਰ ਮੋਹਨ ਲਾਲ ਹੋਰਾਂ ਦੇ ਘਰੇ ਜਾਣਾ ਕਿ ਮੈਂ ਤਾਂ ਹਾਲ ਚਾਲ ਪੁੱਛਣ ਆਇਆ ਸੀ। ਇਹਦਾ ਮਤਲਬ ਹੈ ਕਿ ਭਾਈ ਅਗਲੇ ਨੇ ਕਹਿਤਾ ਕਿ ਜਿੱਥੇ ਚੱਲੇਗਾ ਚੱਲੂਗਾ ਨਾਲ ਤੇਰੇ, ਟਿਕਟਾਂ ਸ਼ਰਮਾ ਸਾਹਿਬ 2 ਲੈ ਲਿਓ। ਨਹੀਂ 2 ਨਹੀਂ, ਮੈਨੂੰ ਐਂ ਜਾਪਦਾ ਵੀ ਜਿਸ ਹਿਸਾਬ ਨਾਲ ਜੋਸ਼ੀ ਸਾਹਿਬ ਨੇ ਲਲਕਾਰਾ ਮਾਰਿਆ ਹੈ ਨਾ, ਉਹਨਾਂ 5-4 ਟਰਾਲੀਆਂ ਕਹੀਆਂ ਵੀ ਬੰਦਿਆਂ ਦੀ ਲੋੜ ਪੈ ਜਾਣੀ ਆ, ਕਿਉਂਕਿ ਜਦੋਂ ਮੇਰੇ ਨਾਲ ਗੱਲ ਹੋਈ ਸੀ, ਕੋਸ਼ਿਸ਼ ਆਪਾਂ ਫੇਰ ਕਰਾਂਗੇ ਜੇ ਕਿਤੇ ਫੇਰ ਟੱਕਰ ਗਏ, ਉਹਦੇ ਤੋਂ ਮੈਨੂੰ ਜੋ ਸਮਝ ਲੱਗੀ ਸੀ ਉਹ ਇੱਦਾਂ ਜਾਪਦੀ ਗੱਲਬਾਤ ਵੀ ਕਿਤੇ ਨਾ ਕਿਤੇ BJP ਦੇ ਵਿੱਚ ਵੀ 2 ਤਰ੍ਹਾਂ ਦੀ ਰਾਏ ਹੈਗੀ ਹੈ। ਇੱਕ ਉਹ ਰਾਏ ਆ ਜਿਹੜੀ ਉੱਪਰੋਂ ਜੁੜੀ ਆ ਵੀ ਜੋ ਮਰਜ਼ੀ ਹੋ ਜੇ, ਹਰਜੀਤ ਸਿੰਘ ਗਰੇਵਾਲ ਵਾਂਗੂ ਗੱਲ ਉੱਪਰਲੀ ਕਰਨੀ ਆ, ਭਾਵੇਂ ਇੱਧਰ ਜੋ ਮਰਜ਼ੀ ਹੋ ਜਾਵੇ, ਜਾਂ ਜਿਆਣੀ ਸਾਹਿਬ ਵਾਂਗੂ ਕਰਨੀ ਆ। ਜਿਹੜੇ ਹੋਰ ਲੀਡਰ ਨੇ BJP ਦੇ, ਕੁਛ ਲੀਡਰ ਉਹ ਨੇ ਜਿਹੜੇ ਜਮਾਂ ਚੁੱਪ ਬੈਠੇ ਸੀ, ਅਜੇ ਵੀ ਬਹੁਤ ਸਾਰੇ ਲੀਡਰ ਨੇ ਜਿਹੜੇ ਚੁੱਪ ਨੇ। ਉਹਨਾਂ ਨੂੰ ਪੁੱਛੋ ਨਹੀਂ ਹੈ ਕੋਈ ਨਹੀਂ ਕਰਦੇ ਪਾਰਟੀ ਪਲੇਟਫਾਰਮ ਤੇ ਗੱਲ, ਉਹ ਪਾਰਟੀ ਪਲੇਟਫਾਰਮ ਦੇ ਬਹਾਨੇ ਜੇ ਨਾ ਚੁੱਪ ਜੀ ਵੱਟ ਕੇ ਬੈਠੇ, ਜਿਹੜੇ ਹੋ ਸਕਦਾ ਕਿ ਉਹ ਕਿਤੇ ਨਾ ਕਿਤੇ ਇਹ ਥਾਟ ਰੱਖਦੇ ਹੋਣ ਵੀ ਯਾਰ ਇਹ ਜੋ ਕੁਝ ਵਾਪਰ ਰਿਹਾ ਗਲਤ ਆ, ਜੇ ਕੱਲ ਨੂੰ ਪੈਰ ਲਾਉਣੇ ਆ ਆਪਾਂ ਨੂੰ ਕੋਈ ਮਾੜੀ ਮੋੜ ਕੁਰਸੀ ਦੀ ਝਾਕ ਹੈਗੀ ਆ, ਤੇ ਫਿਰ ਕੰਮ ਉਹ ਕਰਨਾ ਪੈਣਾ ਜਿਹੜਾ ਪੰਜਾਬ ਦੇ ਲਈ ਫਾਇਦੇਮੰਦ ਆ। ਤੇ ਪੰਜਾਬ ਦੀ ਨਬਜ਼ ਵੇਖ ਕੇ ਜੇ ਮੰਨ ਲਓ ਜੋਸ਼ੀ ਸਾਹਿਬ ਤੁਰੇ, ਮਾਸਟਰ ਮੋਹਨ ਲਾਲ ਤੁਰੇ, ਕੇਡੀ ਭੰਡਾਰੀ ਤੁਰੇ, ਕੋਈ 5-7-10 ਬੰਦੇ ਹੋਰ ਹੋਏ
ਤੇ ਕੁੱਲ ਮਿਲਾ ਕੇ ਬੀਜੇਪੀ ਕੋਲ ਬੰਦੇ ਕਿਤੇ ਕਿੰਨੇ ਗਏ ਉਹਦੇ ਚੋਂ ਮੰਨ ਲਓ 5-7 ਬੰਦੇ ਵੀ ਅਨਿਲ ਜੋਸ਼ੀ ਹੋਰਾਂ ਦੇ ਨਾਲ ਇੱਕ ਪਾਸੇ ਖਲੋਤੇ ਨਜ਼ਰ ਆ ਗਏ ਤੇ ਫਿਰ ਦਿੱਲੀ ਤੱਕ ਟੈਲੀਫੋਨ ਤੇ ਖੜਕ ਹੀ ਜਾਣਾ। ਸੰਧਾਲੀਆ ਸਾਹਿਬ ਮੈਨੂੰ ਲੱਗਦਾ ਕਿ ਟੈਲੀਫੋਨ ਵੀ ਇਦਾਂ ਨਹੀਂ ਕਿ ਘਰੋਂ ਕਰਨਾ, ਉਹਨਾਂ ਨੇ ਕਹਿਣਾ ਦਿੱਲੀ ਗੱਡੀ ਤੋਰੋ, ਦਿੱਲੀ ਨੂੰ ਗੱਡੀ ਟੈਲੀਫੋਨ ਮੈਂ ਜਾਂਦਾ ਕਰ ਲੈਣਾ। ਹੁਣ ਉਹਦੇ ਵਿੱਚ ਹੋਰ ਵੀ ਗੱਲ ਹੈ, ਤੁਸੀਂ ਇਹ ਦੇਖੋ ਕਿ ਬੀਜੇਪੀ ਦੇ ਕੋਲੇ 23 ਹਲਕੇ ਸੀ, ਮਾਲਵੇ ਦੇ ਵਿੱਚ ਬਹੁਤਾ ਪ੍ਰਭਾਵ ਨਹੀਂ ਸੀ ਤੇ ਮਾਲਵੇ ਦੇ ਵਿੱਚ ਪ੍ਰਭਾਵ ਵਧਾਉਣ ਦੇ ਲਈ ਇੱਕ ਬੰਦੇ ਨੂੰ ਜਨਰਲ ਸਕੱਤਰ ਬਣਾਇਆ ਸੀ, ਉਹਦਾ ਨਾਮ ਮਾਲਵਿੰਦਰ ਸਿੰਘ ਕੰਗ। ਪੰਜਾਬ ਯੂਨੀਵਰਸਿਟੀ ਦੇ 2 ਵਾਰੀ ਪ੍ਰਧਾਨ ਰਹੇ, ਉਹਦੇ ਤੋਂ ਬਾਅਦ ਸੈਨੇਟ ਦੇ ਮੈਂਬਰ ਰਹੇ। ਉਹ ਬੰਦਾ ਜਨਰਲ ਸਕੱਤਰ ਬਣਾਤਾ, ਸਿੱਖ ਚਿਹਰਾ ਸੀ, ਲੱਗਦਾ ਸੀ ਕਿ ਬਹੁਤ ਵੱਡਾ ਚਿਹਰੇ ਦੇ ਤੌਰ ਤੇ ਪੇਸ਼ ਕਰੂ ਭਾਰਤੀ ਜਨਤਾ ਪਾਰਟੀ, ਐਵੇਂ ਨਹੀਂ ਸੀ ਬਣਾਏ। ਅਗਲਾ ਬੰਦਾ ਅਸਤੀਫਾ ਦੇ ਗਿਆ ਸੀ, ਜਿਹੜੀ ਮਾਲਵੇ ਦੇ ਵਿੱਚ ਮਾੜੀ ਮੋਟੀ ਆਸ ਸੀਗੀ ਪਰੇ ਹੋ ਗਈ। ਜਿਸ ਹਰਜੀਤ ਸਿੰਘ ਗਰੇਵਾਲ ਹੋਰਾਂ ਦੇ ਰਾਜਪੁਰਾ ਹਲਕੇ ਤੋਂ ਆਸਾਂ ਮਾੜੀਆਂ ਮੋਟੀਆਂ ਅਗਲੇ ਤਾਂ ਰੱਖਦੇ ਕਿ ਮੇਰਾ ਹਲਕਾ, ਉਥੋਂ ਨਗਰ ਕੌਂਸਲ ਦਾ 2 ਵਾਰੀ ਦਾ ਸਾਬਕਾ ਪ੍ਰਧਾਨ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਬੰਦਾ, ਉਹ ਵੀ ਛੱਡ ਗਿਆ, ਕਹਿੰਦੇ ਚਲੋ ਕੋਈ ਗੱਲ ਨਹੀਂ, ਆਮ ਆਦਮੀ ਪਾਰਟੀ ਸ਼ਾਮਲ ਹੋ ਗਏ। ਇਹਦੇ ਤੋਂ ਬਾਅਦ ਸਭ ਤੋਂ ਵੱਧ ਪ੍ਰਭਾਵ ਕਿੱਥੇ ਆ? ਜਾਂ ਜਲੰਧਰ ਦੇ ਵਿੱਚ ਆ ਤੇ ਜਾਂ ਮਾਝਾ, ਕਿਉਂਕਿ ਮਾਝੇ ਦੀਆਂ 2-3 ਲੋਕ ਸਭਾ ਸੀਟਾਂ 'ਚੋਂ 2 ਭਾਜਪਾ ਦੇ ਹਿੱਸੇ ਆਉਂਦੀਆਂ ਸੀ। ਹੁਣ ਜਿਹੜੀ ਗੁਰਦਾਸਪੁਰ ਸੀਟ ਆ, ਉਸ ਗੁਰਦਾਸਪੁਰ ਸੀਟ ਦੇ ਵਿੱਚ ਹੀ ਪਠਾਨਕੋਟ ਜ਼ਿਲ੍ਹਾ ਆਉਂਦਾ। ਆ ਜਿਹੜੇ ਸੁਜਾਨਪੁਰ ਜਾ ਕੇ ਆਏ ਆ ਉਹ ਵੀ ਗੁਰਦਾਸਪੁਰ 'ਚ, ਜਿਹੜੇ ਪਠਾਨਕੋਟ ਜਾ ਕੇ ਆਏ ਆ ਉਹ ਵੀ ਗੁਰਦਾਸਪੁਰ 'ਚ, ਤੇ ਅੰਮ੍ਰਿਤਸਰ ਦੇ ਅਨਿਲ ਜੋਸ਼ੀ ਸਾਹਿਬ ਆਪ ਆ, ਜਲੰਧਰੋਂ ਕੇਡੀ ਭੰਡਾਰੀ ਆ, ਬਟਾਲੇ ਉਹ ਘੁੰਮ ਫਿਰ ਗਏ ਆ। ਇਹਦਾ ਮਤਲਬ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਭਾਵੇਂ ਲੱਖ ਦਾਅਵੇ ਕਰਨੀ ਆ ਕਿ 117 ਦੀਆਂ 117 ਸਾਡੀਆਂ, ਉਹ ਤਾਂ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਦੇ ਭਗਵੰਤ ਮਾਨ ਦੀ ਸੀਟ ਨੂੰ ਵੀ ਆਪਣੀ ਮੰਨ ਕੇ ਚੱਲਦੇ ਆ ਕਿ ਅਸੀਂ ਉਹ ਵੀ ਜਿੱਤਣੀਆਂ। ਨਹੀਂ ਉਹ ਤੇ ਕਲੀਅਰ ਹੈ, ਉਹ ਤੇ ਮੈਂ ਕਿ ਪੁੱਛਿਆ ਨਹੀਂ ਸੀ ਉਸ ਦਿਨ, ਮੈਂ ਕਿਹਾ ਜੀ 117 ਤੁਸੀਂ ਜਿੱਤਣੀਆਂ ਦਾ ਮਤਲਬ ਹੁਣ ਬਾਲ ਸਾਹਿਬ ਨੇ ਵੀ ਹਾਰ ਜਾਣਾ, ਕੈਪਟਨ ਸਾਹਿਬ ਤੇ ਲੜਨੀ ਨਾ ਇਲੈਕਸ਼ਨ, ਕਿਉਂਕਿ 117 ਜਿੱਤਣੀਆਂ। ਹੋ ਸਕਦਾ ਉਹਨਾਂ ਨੂੰ ਕਹਿਣ ਕਿ ਤੁਹਾਨੂੰ ਟਿਕਟ ਕਿਤੇ ਹੋਰ ਦੇ ਦੇਣੇ ਪੰਜਾਬ ਤੋਂ ਬਾਹਰੋਂ, ਕਿਉਂਕਿ ਇੱਥੋਂ ਤੁਸੀਂ ਜਿੱਤਣਾ ਨਹੀਂ। 117 ਦੇ ਸਾਡੀਆਂ, ਬਾਕੀ ਦੇਖੋ ਕਿਤੇ। ਪਰ ਚਲੋ ਇੰਨੀ ਗੱਲ ਤੇ ਕਲੀਅਰ ਹੋ ਗਈ ਬਾਟ ਸਾਹਿਬ ਕਿ ਵੀ ਜੇ ਉਧਰਲੇ ਪਾਸੋਂ ਅਜੇ ਕੰਮ ਇਦਾਂ ਹੀ ਚੱਲ ਰਿਹਾ ਹੈ ਕਿ ਅਸੀਂ ਜੇ ਸਖਤੀ ਕਰਨੀ ਕਿਸਾਨਾਂ ਤੇ ਵੀ ਕਰਾਂਗੇ, ਜੇ ਅਸੀਂ ਸਖਤੀ ਕਰਨੀ ਤੇ ਉਹਨਾਂ ਲੀਡਰਾਂ ਤੇ ਵੀ ਕਰਾਂਗੇ ਜਿਹੜੇ ਕਿਸਾਨਾਂ ਦੇ ਹੱਕ 'ਚ ਬੋਲਦੇ ਆ। ਕਹਿਣ ਤੋਂ ਭਾਵ ਇਹ ਹੋ ਗਿਆ ਵੀ ਬੀਜੇਪੀ ਦੇ ਇਸ ਐਕਸ਼ਨ ਦੇ ਨਾਲ, ਭਾਵੇਂ ਉਹ ਲੋਕਲ ਪੰਜਾਬ ਦੀ ਜਿਹੜੀ ਬੀਜੇਪੀ ਲੀਡਰਸ਼ਿਪ ਹੈ ਉਹਨੇ ਕੀਤਾ ਜਾਂ ਦਿੱਲੀੋਂ ਫੋਨ ਆਇਆ, ਉਹਦੇ ਤੋਂ ਇਹ ਸੁਨੇਹਾ ਤੇ ਮਿਲ ਗਿਆ ਵੀ ਕਿਸੇ ਵੀ ਢੰਗ ਨਾਲ ਉਹ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੈਗੇ ਕਿ ਵੀ ਕੋਈ ਵੀ ਬੰਦਾ ABCD ਕਿਸੇ ਤਰ੍ਹਾਂ ਵੀ ਕਿਸਾਨਾਂ ਦੇ ਜਾਂ ਤਾਂ ਹੱਕ 'ਚ ਬੋਲੇ ਜਾਂ ਫਿਰ ਕੇਂਦਰ ਸਰਕਾਰ ਦੇ ਉਹਨਾਂ ਕਾਨੂੰਨਾਂ ਦੇ ਵਿਰੋਧ 'ਚ ਬੋਲੇ। ਇਹ ਤੇ ਗੱਲ ਕਲੀਅਰ ਹੋ ਗਈ ਨਾ। ਪਰ ਜੇ ਇਸ ਹਿਸਾਬ ਨਾਲ ਹੀ ਕੰਮ ਚੱਲਦਾ ਰਿਹਾ ਤੇ ਮੈਨੂੰ ਲੱਗਦਾ ਵੀ ਜਿਹੜੀ ਉਡੀਕ ਬੜੀ ਦੇਰ ਤੋਂ ਕੀਤੀ ਜਾ ਰਹੀ ਸੀ ਨਾ ਵੀ ਯਾਰ ਥੋੜਾ ਜਿਹਾ ਇੱਕ ਹੁੰਦਾ ਨਾ ਵੀ ਥੋੜਾ ਜਿਹਾ ਨਿੱਤਰ ਕੇ ਜੇ ਪਤਾ ਲੱਗੇ ਵੀ ਹਾਂ ਬਈ ਹੌਲੇ ਹੌਲੇ ਕਿਹੜੇ ਆ ਤੇ ਭਾਰੀ ਭਾਰੀ ਕਿਹੜੇ ਆ, ਉਹ ਮੈਨੂੰ ਲੱਗਦਾ ਵੀ ਹੌਲੀ ਹੌਲੀ ਹੁਣ ਪਾਣੀ ਨਿੱਤਰਨਾ ਸ਼ੁਰੂ ਹੋ ਜਾਣਾ ਤੇ ਇਸ ਘਟਨਾ ਤੋਂ ਬਾਅਦ ਹੋ ਸਕਦਾ ਵੀ ਆਉਂਦੇ 1.5-2 ਮਹੀਨਿਆਂ 'ਚ ਪੂਰਾ ਨਤਾਰਾ ਹੋ ਜੇ। ਇਹ ਬਹੁਤ ਵੱਡੀ ਸੰਭਾਵਨਾ। ਮੈਨੂੰ ਸੰਧਾਲੀਆ ਸਾਹਿਬ ਇਹ ਵੀ ਲੱਗਦਾ ਕਿ ਜੋਸ਼ੀ ਸਾਹਿਬ ਦੇ ਘਰ ਜਾਂ ਦਫ਼ਤਰ ਦੇ ਮੂਹਰੇ ਜੇ ਕਿਤੇ ਕਿਸਾਨਾਂ ਨੇ ਧਰਨਾ ਲਾਇਆ ਹੋਣਾ ਤਾਂ ਦਰੀ ਉਹਨਾਂ ਨੇ ਵੀ ਇਕੱਠੀ ਕਰ ਲਈ ਹੋਣੀ ਆ। ਹੁਣ ਬਟਾਲੇ ਦਾ ਸਨਮਾਨ ਵੀ ਕੀਤਾ। ਮੈਨੂੰ ਇੱਕ ਫਰਕ ਲੱਗਦਾ, ਜਦੋਂ ਭਾਜਪਾ ਦੇ ਲੀਡਰ ਦਿੱਲੀ ਜਾਣਗੇ ਤੇ ਉਹ ਡਰਾਈਵਰ ਨੂੰ ਕਹਿ ਕੇ ਸੌਂਦੇ ਹੋਣੇ ਆ ਰਾਜਪੁਰਿਓਂ ਅੱਗੇ, ਓਏ ਦੇਖੀਏ ਸਿੰਘੂ ਵਾਲੇ ਪਾਸੇ ਲੈ ਚਲੋ, ਟਿਕਰੀ ਵਾਲੇ ਪਾਸੇ ਵੀ ਨਹੀਂ, ਉਹ ਦੂਜੇ ਪਾਸਿਓਂ ਦੀ ਲੈ ਕੇ ਜਾਓ। ਤੇ ਹੋ ਸਕਦਾ ਜਦੋਂ ਅਨਿਲ ਜੋਸ਼ੀ ਹੋਰੀ ਕਹਿਣ ਮਾੜਾ ਜਿਹਾ ਸਿੰਘੂ ਵਾਲੇ ਵਿੱਚ ਦੀ ਹੋ ਚਲੋ ਯਾਰ, ਉਹ ਟਿਕਰੀ ਵਾਲੇ ਪਾਸੇ ਹੋ ਚਲੋ, ਤੇ ਹੋ ਸਕਦਾ ਕਿ ਵੜਦੀਆਂ ਗਲਾਂ ਦੇ ਵਿੱਚ ਹਾਰ ਵੀ ਪਹਿਨ ਕੇ ਪਾਈ ਚੰਗਾ ਹੋਇਆ ਕੋਈ ਤਾਂ ਉੱਠਿਆ, ਕਿਸੇ ਨੇ ਤਾਂ ਗੱਲ ਕੀਤੀ ਆ। ਬਿਲਕੁਲ ਬਿਲਕੁਲ ਇਹਨੂੰ ਆਪਾਂ ਇਦਾਂ ਦੇਖੀਏ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਖਾਸ ਕਰਕੇ ਬੀਜੇਪੀ ਦੀ ਪਾਰਟੀ ਦੀ ਗੱਲ ਕਰੀਏ ਤੇ ਬੀਜੇਪੀ ਦੀ ਜਿਹੜੀ ਪਾਰਟੀ ਹੈ, ਪਾਰਟੀ ਵਾਈਜ਼ ਮੈਂ ਗੱਲ ਕਰ ਰਿਹਾ, ਉਹਦੇ ਤੇ ਇਹਦਾ ਬਹੁਤ ਵੱਡਾ ਅਸਰ ਪੈਣਾ ਤੇ ਆਉਣ ਵਾਲੇ ਕੁਝ ਚੰਦ ਦਿਨਾਂ ਦੇ ਵਿੱਚ ਉਹ ਕਲੀਅਰ ਹੋ ਜਾਣੀ ਕਹਾਣੀ ਵੀ ਕੌਣ ਕਿੱਥੇ ਖਲੋਤਾ। 6 ਸੰਧਾਲੀਆ ਸਾਹਿਬ 6 ਸਾਲਾਂ ਦੇ ਲਈ ਬਾਹਰ ਕੱਢਿਆ ਨਾ ਉਹਨਾਂ ਨੂੰ, ਉਹ ਤਾਂ ਗੱਲਾਂ ਹੀ ਹੁੰਦੀਆਂ ਬਾੜ ਸਾਹਿਬ। ਮਹਾਰਾਜ ਭਾਰਤ ਦੀ ਇੱਕੋ ਇੱਕ ਅਨੁਸ਼ਾਸਨਹੀਣਤਾ ਦੇ ਵਿਰੋਧ 'ਚ ਖੜੀ ਪਾਰਟੀ ਆ। ਯਾਰ ਸਾਰੇ 6 ਸਾਲਾਂ ਲਈ ਕੱਢ ਦਿੰਦੇ, ਕਾਂਗਰਸ ਵੀ ਤੇ 6 ਲਈ ਕੱਢਦੇ। ਨਹੀਂ ਉਹ ਮਹਾਰਾਜ ਕੱਢਦੇ ਹੋਣਗੇ, ਵਾਪਸ ਨਹੀਂ ਲੈਂਦੇ। ਅੱਛਾ, ਚਾਹੇ ਇਕੱਲੇ ਰਹਿ ਜਾਣ ਉਥੇ, ਮੁੜ ਕੇ ਨਹੀਂ ਬੰਦਣਾ ਸੀ। ਹੁਣ ਨਾਲ ਲੱਗਦੀ ਹਰਿਆਣੇ ਦੀ ਗੱਲ ਗੱਲਾਂ ਐਵੇਂ ਮੈਨੂੰ ਤੇ ਇਹ ਯਾਦ ਆ ਵੀ ਜੇ ਜੋਸ਼ੀ ਸਾਹਿਬ ਨੇ ਜਿਸ ਹਿਸਾਬ ਨਾਲ ਰੇਸ ਚੁੱਕ ਲਈ ਨਾ, ਇੱਕੇ ਦਿਨ ਹੀ ਇੰਨੇ ਹਲਕੇ ਕੱਢਦੇ। ਜੇ ਬੰਦਾ 15 ਦਿਨ ਲੱਗਾ ਰਿਹਾ ਤੇ 6 ਸਾਲ ਤੇ ਮੈਨੂੰ ਪਤਾ ਨਹੀਂ 16ਵੇਂ ਕਿ ਦਿਨ ਉਹਨਾਂ ਆਖਣਾ ਆਓ ਫਿਰ ਜੋਸ਼ੀ ਸਾਹਿਬ ਟਿਕਟ ਲੈ ਲਿਓ ਟਾਈਮ ਨਾਲ, ਉੱਥੋਂ ਨਾ ਤੜਕੇ ਆ ਜਾਓ, ਮੁੜ ਕੇ ਗਰਮੀ ਹੋ ਜਾਂਦੀ। ਨਹੀਂ ਫਿਰ ਇੱਕ ਸ਼ਬਦ ਹੁੰਦਾ ਨਾ, ਘਰ ਵਾਪਸੀ ਕਰਾ ਲੈਣੀ ਆ। ਦੇਖੋ ਉਹ ਕੋਈ ਕਮਿਊਨੀਕੇਸ਼ਨ ਗੈਪ ਪੈ ਗਿਆ ਸੀ, ਉਹ ਕੋਈ ਆਪਸ ਵਿੱਚ ਗਲਤ ਫਹਿਮੀਆਂ ਸੀ, ਉਹ ਦੂਰ ਹੋ ਗਈਆਂ। ਫਿਰ ਇਹਦਾ ਹੱਥ ਮਿਲਾ ਕੇ ਇੱਕ ਦੂਜੇ ਨਾਲ ਅਸੀਂ ਤੇ ਇਹ ਵੱਡੇ ਭਰਾ ਉਹਨੇ ਕਹਿਣਾ ਛੋਟੇ ਭਾਈ ਆ। ਇਸ ਗੱਲ ਦੀ ਸੰਭਾਵਨਾ ਲੱਗਦੀ। ਨਾਲ ਲੱਗਦੀ ਆਪਾਂ ਹਰਿਆਣੇ ਦੀ ਚਰਚਾ ਕਰ ਲਈਏ। ਖੱਟਰ ਸਾਹਿਬ ਦੀ ਉੱਥੇ ਸਰਕਾਰ ਹੈ, ਇੱਥੇ ਬੀਜੇਪੀ ਕਹਿੰਦੇ ਅਸੀਂ ਬਣਾਉਣੀ ਆ, ਤੇ ਉੱਥੇ ਪਿਛਲੀ ਵਾਰੀ ਵੀ ਸਰਕਾਰ ਸੀ, ਐਤਕੀ ਵੀ ਹੈ, ਦੂਜੀ ਵਾਰ ਦੀ। ਹੁਣ ਭਾਰਤੀ ਜਨਤਾ ਪਾਰਟੀ ਵਾਲੇ ਉੱਥੇ ਬਾਰ-ਬਾਰ ਕੋਸ਼ਿਸ਼ ਕਰਦੇ ਆ ਕਿ ਅਸੀਂ ਸਰਗਰਮੀਆਂ ਕਰੀਏ। ਕਈ ਵਾਰੀ ਉਹਨਾਂ ਦੇ ਮੰਤਰੀ ਕਹਿ ਚੁੱਕੇ ਆ ਕਿ ਭਾਈ ਠੀਕ ਹੈ, ਤੁਸੀਂ ਧਰਨਾ ਪ੍ਰਦਰਸ਼ਨ ਕਰਨਾ ਕਰ ਲਓ, ਤੁਸੀਂ ਸੜਕ ਦੇ ਉੱਤੇ ਆਉਣਾ ਆ ਜਾਓ, ਪਰ ਤੁਸੀਂ ਸਾਡੇ ਸਮਾਗਮ ਨਹੀਂ ਰੋਕ ਸਕਦੇ। ਉਹ ਬਾਰ-ਬਾਰ ਯਤਨ ਕਰਦੇ ਆ, ਹਰ ਵਾਰੀ ਵਿਰੋਧ ਹੁੰਦਾ। ਹੁਣ ਜ਼ਿਲ੍ਹਾ ਪੱਧਰੀ ਮੀਟਿੰਗਾਂ ਰੱਖਤੀਆਂ ਸੀ ਭਾਜਪਾ ਨੇ। ਯਮੁਨਾ ਨਗਰ ਦੇ ਵਿੱਚ ਟਰਾਂਸਪੋਰਟ ਮੰਤਰੀ ਵੀ ਆਏ ਤੇ ਸਿੱਖਿਆ ਮੰਤਰੀ ਵੀ ਭਾਜਪਾ ਦੇ, ਐਲਾਨ ਸੀ, ਕਿਸਾਨ ਇਕੱਠੇ ਹੋ ਗਏ
ਪੁਲਿਸ ਨੇ ਇੱਕ ਪਾਸਿਓਂ ਰੋਕੇ, ਦੂਜੇ ਪਾਸਿਓਂ ਰੋਕੇ, ਬੈਰੀਕੇਡ ਲਾਏ, ਅਗਲਿਆਂ ਬੈਰੀਕੇਡ ਵੀ ਤੋੜਤੇ। ਹਾਲਾਂਕਿ ਬੀਜੇਪੀ ਦੇ ਲੀਡਰ ਇਹ ਕਹਿ ਸਕਦੇ ਆ ਕਿ ਭਾਈ ਇਦਾਂ ਸਾਨੂੰ ਸਰਗਰਮੀ ਕਰਨ ਨੂੰ ਰੋਕਦੇ, ਕਾਨੂੰਨ ਹੱਥ ਚ ਲੈਂਦੇ ਆ। ਪਰ ਜਿੱਥੇ ਵੀ ਕਿਤੇ ਭਾਰਤੀ ਜਨਤਾ ਪਾਰਟੀ ਨੇ ਜ਼ਿਲ੍ਹਾ ਪੱਧਰੀ ਮੀਟਿੰਗਾਂ ਕੀਤੀਆਂ, ਭਾਵੇਂ ਕੋਈ ਐਮਐਲਏ ਆਇਆ ਤੇ ਭਾਵੇਂ ਕੋਈ ਮੰਤਰੀ, ਇੱਕ ਜਗ੍ਹਾ ਤੇ ਇਦਾਂ ਵੀ ਹੋ ਗਈ, ਹਰ ਜਗ੍ਹਾ ਘੇਰੇ ਕਿ ਕਿਸਾਨਾਂ ਨੇ ਘੇਰ ਲਿਆ। ਪੁਲਿਸ ਵਾਲੇ ਕਹਿਣ ਯਾਰ ਇਦਾਂ ਨਾ ਕਰੋ, ਉਹ ਕਹਿਣ ਇਦਾਂ ਤਾਂ ਮਸਲਾ ਕੋਈ ਨਹੀਂ, 20 ਮਿੰਟ ਦੇ ਦਿੰਨੇ ਆ, ਰਾਹ ਦੇ ਦਿੰਨੇ ਆ, ਚਲੇ ਜਾਣ। ਜੇ ਕਹਿਣ ਕਿ ਭਾਈ ਅਸੀਂ ਇੱਥੇ ਸਮਾਗਮ ਕਰਨਾ, ਜੇ ਕਹਿਣਗੇ ਕਿ ਭਾਈ ਅਸੀਂ ਇੱਥੇ ਮੀਟਿੰਗ ਕਰਨੀ ਆ, ਉਹ ਨਹੀਂ ਜੀ ਹੋਣ ਦਿੰਦੇ। ਤਾਂ ਫਿਰ ਉਹ ਕਹਿੰਦੇ ਚਲੋ ਠੀਕ ਆ, ਰਾਹ ਮਿਲ ਗਿਆ, ਚਲੇ ਹੀ ਚੱਲਦੇ ਆ। ਨਹੀਂ, ਪਰ ਮੈਂ ਇੱਕ ਗੱਲ ਸੋਚਦਾ, ਹੁਣ ਦੇਖੋ ਹੋ ਸਕਦਾ ਵੀ ਉੱਪਰਲੀ ਲੀਡਰਸ਼ਿਪ ਜਿਹੜੀ ਜੋ ਮਰਜ਼ੀ ਕਹੀ ਜਾਵੇ, ਜਿਹੜੇ ਵਿਚਾਰੇ ਥੱਲੇ ਲੋਕਲ ਪਿੰਡਾਂ ਥਾਵਾਂ ਕਸਬਿਆਂ 'ਚ ਆਮ ਬੰਦੇ ਰਹਿਣ ਵਾਲੇ ਹੁੰਦੇ ਆ, ਕਿਸੇ ਦਾ ਕੋਈ ਨਿੱਕਾ ਕਾਰੋਬਾਰ ਹੋ ਸਕਦਾ ਕੋਈ 2-4 ਬੰਦੇ ਸਿੱਧੀ ਵਾਹੀ ਵਾਲੇ ਵੀ ਹੋਣ, ਜਿੱਦਾਂ ਮਤਲਬ ਕਈ ਲੀਡਰ ਕਹਿੰਦੇ ਵੀ ਹਮ ਵੀ ਤਾਂ ਕਿਸਾਨ ਹੈ ਯਾਰ, ਹਮ ਵੀ ਤਾਂ ਕਿਸਾਨੀ ਕਰਤੇ ਹੈ। ਉਹ ਜਦੋਂ ਹੁਣ ਮੇਰਾ ਖਿਆਲ ਨਾਲ 8-9 ਮਹੀਨੇ ਤੇ ਹੋ ਗਿਆ ਜੋ ਕੁਝ ਹੋਣ ਡਿਆ ਉਹਨਾਂ ਦੇ ਨਾਲ, 8-9 ਮਹੀਨਿਆਂ ਬਾਅਦ ਕਈ ਬੰਦਿਆਂ ਦੇ ਦਿਮਾਗ 'ਚ ਆ ਜਾਂਦੀ ਗੱਲ ਵੀ ਯਾਰ ਉਹ ਬਾਊ ਉਹਨਾਂ ਦਾ ਫਿਰ ਫੋਨ ਆ ਗਿਆ, ਕਹਿੰਦੇ ਉੱਥੇ ਯਾਰ ਮੀਟਿੰਗ ਕਰਨੀ, ਉਹ ਯਾਰ ਉਹਨੂੰ ਕਹਿ ਮੈਂ ਢਿੱਲਾਂ ਯਾਰ, ਇਹ ਉਹ ਉੱਥੇ ਜਾ ਕੇ ਆਨਲਾਈਨ ਕਰ ਲਓ, ਆ ਬਿਜਤੀਆਂ ਨਹੀਂ ਕਰਾਈਆਂ ਜਾਂਦੀਆਂ ਯਾਰ, ਉਹਨੂੰ ਸਮਝਾ ਥੋੜਾ ਜਿਹਾ ਕੁਛ ਹੈ ਨਾ। ਹੋ ਸਕਦਾ ਵੀ ਇਹ ਚਰਚਾ ਚੱਲ ਪਵੇ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਨਹੀਂ? ਨਹੀਂ, ਪੂਰੀ ਚੱਲ ਸਕਦੀ ਆ। ਉਹ ਕਹਿਣਗੇ ਜੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਆ ਉਹ ਆਨਲਾਈਨ ਸਾਰਾ ਕੁਝ ਕਰ ਸਕਦੇ ਆ, ਐਂ ਕਰਦੇ ਆ, ਉਧਰ ਸੂਬਾ ਪ੍ਰਧਾਨ ਸਾਹਿਬ ਬਹਿ ਜਾਣਗੇ ਆਪਣੇ ਘਰੇ, ਇੱਧਰ ਮੈਂ ਬਹਿ ਜਾਊਂਗਾ। ਜੇ ਕੋਈ ਵਰਕਰ ਜਾਂ ਲੀਡਰ ਕਹਿੰਦਾ ਕਿ ਮੈਨੂੰ ਟੈਕਨੀਕ ਨਹੀਂ ਆਉਂਦੀ, ਬੰਦਾ ਭੇਜ ਦਿਆਂਗੇ। ਪਰ ਉਦਾਂ ਜੇ ਇਕੱਠੇ ਹੋ ਕੇ ਰਹਿਣ ਤੇ ਉਹ ਕਰੋਨਾ ਬਹੁਤ ਫੈਲਿਆ ਹੋਇਆ। ਨਹੀਂ, ਉਹਨੂੰ ਇੱਥੇ ਘਰੇ ਸਾਧ ਲਓ। ਮੁੰਡੇ ਆਪਣੇ ਨੇ ਲੈਪਟਾਪ ਨਵਾਂ ਲਿਆ, ਮੈਂ ਉਹਨੂੰ ਕਹਿ ਦੇਣਾ ਕਾਕਾ ਲਾ ਦੇ ਤੂੰ, ਨਾਲੇ ਪਕੌੜੇ ਪਕੂੜੇ ਖਾਵਾਂਗੇ। ਬਾਊ ਜੀ ਆਪਾਂ ਕੀ ਲੈਣ ਦੇਣਾ ਜੀ, ਪੁਰਾਣੀਆਂ ਗੱਲਾਂ ਕਰਾਂਗੇ ਬੈਠ ਕੇ, ਦੋਏ ਭਰਾ ਕਰੋ ਗੱਲ ਜੀ ਮੰਨ ਜਾਂਦੇ ਤੇ ਆਪਾਂ ਇੱਥੇ ਬੈਠ ਕੇ ਬਵਾਂਗੇ ਬੈਠ ਕੇ। ਸੰਧਾਲੀਆ ਸਾਹਿਬ ਨਾਲ ਦੀ ਨਾਲ ਪੰਜਾਬ ਦੇ ਵਿੱਚ 3 ਲੀਡਰਾਂ ਨੂੰ ਘੇਰਿਆ ਗਿਆ ਤੇ ਉਹ ਤਿੰਨੋਂ ਲੀਡਰ ਜਿਹੜੇ ਆ ਉਹ ਆਪੋ ਆਪਣੇ ਹਲਕਿਆਂ ਦੇ ਵਿੱਚ ਕਰਤਾ ਧਰਤਾ ਨੇ ਪੂਰੇ। ਹਾਂਜੀ, ਹੁਣ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਆਪਾਂ ਦਵਿੰਦਰ ਸਿੰਘ ਘੁਬਾਇਆ ਦੀ ਗੱਲ ਕਰਨੀ ਹੈ, ਜੁੱਲੀ ਬਿਸਤਰੇ ਵਾਲਿਆਂ ਦੀ। ਹੁਣ ਦਵਿੰਦਰ ਸਿੰਘ ਘੁਬਾਇਆ ਸਾਹਿਬ ਐਮਐਲਏ ਨੇ, ਕਾਂਗਰਸ ਪਾਰਟੀ ਦੀ ਟਿਕਟ ਤੇ ਜਿੱਤੇ ਆ, ਲੰਬਾ ਸਮਾਂ ਟੱਬਰ ਅਕਾਲੀ ਦਲ ਦੇ ਵਿੱਚ ਰਿਹਾ, ਕਿਸਮਤ ਵਾਲੇ ਬੰਦੇ ਆ। ਹਾਂ, ਕਿਉਂਕਿ ਜਦੋਂ ਦੇ ਉਹ ਮਤਲਬ ਐਮਐਲਏ ਬਣੇ ਆ ਉਦੋਂ ਤੋਂ ਹੀ ਕੇਸ ਚੱਲੀ ਜਾਂਦਾ, ਇਹ ਉਮਰ ਨਹੀਂ ਪੂਰੀ ਲੱਗਦੀ ਕਾਕੇ ਦੀ ਅਜੇ, ਹੈ ਨਾ। ਤੇ ਆਹ ਦੇਖ ਲਓ 5 ਸਾਲ ਪੂਰੇ ਹੋ ਚੱਲੇ। ਤੁਸੀਂ ਇਹ ਦੇਖੋ, ਆਮ ਤੌਰ ਤੇ ਰੌਲਾ ਪੈਂਦਾ ਹੁੰਦਾ ਯਾਰ ਉਹ ਛੱਡਦੇ ਨਹੀਂ ਕੁਰਸੀ, ਇੰਨੀ ਉਮਰ ਹੋ ਗਈ ਆ, ਉੱਥੇ ਕਹਿੰਦੇ ਉਮਰ ਨਹੀਂ ਹੋਈ ਹੈ ਜੇ ਕੁਰਸੀ ਤੇ ਬੈਠਣ ਦੀ। ਨਾਲ ਦੀ ਨਾਲ ਸੰਧਾਲੀਆ ਸਾਹਿਬ, ਸੁਖਬੀਰ ਸਿੰਘ ਬਾਦਲ ਸਾਹਿਬ ਨੇ ਪਿਛਲੇ ਸਮੇਂ 'ਚ ਕਿਹਾ ਸੀ ਨਾ, ਜਦੋਂ ਉੱਥੇ ਗਏ ਸੀ, ਕਿ ਸਰਕਾਰ ਇੱਕ ਵਾਰੀ ਆ ਲੈਣ ਦਿਓ, ਘੁਬਾਇਆ ਪਰਿਵਾਰ ਨੂੰ ਭੱਜਦਿਆਂ ਨੂੰ ਗਲੀਆਂ ਨਹੀਂ ਲੱਭਣੀਆਂ ਕਿ ਭੱਜੀਏ ਕਿੱਧਰ ਦੀ। ਹੁਣ ਦਵਿੰਦਰ ਸਿੰਘ ਘੁਬਾਇਆ ਸਾਹਿਬ ਦਾ ਘਰ ਘੇਰਿਆ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ। ਉਹਨਾਂ ਦੀਆਂ ਆਪਦੀਆਂ ਮੰਗਾਂ ਨੇ, ਕਾਂਗਰਸ ਪਾਰਟੀ ਨੇ ਪਹਿਲਾਂ ਵਾਅਦਾ ਕੀਤਾ ਸੀ, ਅਗਲੇ ਕਹਿੰਦੇ ਪੂਰਾ ਕਰੋ। ਘਰ ਦੇ ਮੂਹਰੇ ਘਰਾਓ ਤਾਂ ਕਰਨਾ ਹੀ ਸੀਗਾ, ਉਹਨਾਂ ਨੂੰ ਸੀਗਾ ਕਿ 9-10 ਵਜੇ ਇਹਨਾਂ ਨੇ ਆਉਣਾ, 8 ਵਜੇ ਨਿਕਲ ਜਾਣ ਘਰੋਂ ਜਿੱਧਰਲੇ ਪਾਸੇ ਜਾਣਾ। ਬੀਬੀਆਂ ਸੁੱਖ ਨਾਲ ਸਵੇਰੇ 4:45 ਵਜੇ ਇਕੱਠੀਆਂ ਹੋਣ ਲੱਗ ਪਈਆਂ ਉੱਥੇ। ਤਾਂ ਹੋ ਸਕਦਾ ਐਮਐਲਏ ਸਾਹਿਬ ਤੋਂ ਉਦੋਂ ਸੁੱਤੇ ਹੋਏ ਹੁਣ, ਕਿ ਰਾਤ ਨੂੰ ਕੰਮਾਂ ਕਾਰਾਂ ਦੇ ਵਿੱਚ ਸਿਆਸੀ ਤੌਰ ਤੇ ਵਿਧਾਨ ਸਭਾ ਦੀ ਚੋਣ ਆ, 12-1 ਤਾਂ ਉਹੀ ਵੱਜ ਜਾਂਦਾ, 6-7 ਵੱਜਦੇ ਸਵੇਰੇ ਉੱਠਣੇ। ਨਹੀਂ 4:45 ਵਜੇ ਜੇ ਬੀਬੀਆਂ ਇਕੱਠੀਆਂ ਹੋਣ ਲੱਗ ਪਈਆਂ, ਹੋ ਸਕਦਾ ਵੀ 5:30 ਵਜੇ ਘੁਸਰ ਜੀ ਅੰਦਰ ਹੋਈ ਹੋਵੇ, ਇੱਕ ਅੱਧੇ ਗਨਮੈਨ ਨੇ ਵੇਖਿਆ ਹੋਵੇ ਬਾਹਰ, ਯਾਰ ਪਤਾ ਨਹੀਂ ਕਿਉਂ ਬੰਦੇ ਬੋਲਦੇ ਨਾ। 6 ਵਜੇ ਨਾਲ ਗੱਲ ਅੰਦਰ, ਕੋਠੀ ਦੱਸੋ, ਕੋਠੀ ਸਾਹਿਬ ਨੂੰ ਉੱਠੇ ਨਹੀਂ ਅਜੇ, ਉਹ ਕਹਿੰਦੇ ਅਜੇ ਤੇ ਸੁੱਤੇ ਨੇ, ਠਾ ਲਾਓ ਉਹਨਾਂ ਨੂੰ ਟਾਈਮ ਨਾ ਹੈ। ਫੇਰ ਨਾ ਕਿ ਉਹ ਫੇਰ ਨਹੀਂ ਤਾਂ ਫੇਰ ਭਾਵੇਂ ਸੁੱਤੇ ਨੇ, ਫੇਰ ਨਹੀਂ ਅਗਲੇ ਲੰਘਣ ਦੇਣੇ। ਸੰਧਾਲੀਆ ਸਾਹਿਬ ਜਦੋਂ ਫਿਰ ਬਾਹਰ ਵਾਹਵਾ ਹੀ ਰੌਣਕ ਲੱਗ ਗਈ, ਅਗਲਿਆਂ ਨੇ ਚਾਰੇ ਪਾਸਿਓਂ ਫਿਰ ਆਪਣਾ ਧਰਨਾ ਲਾਤਾ ਤੇ ਉਹ ਬਾਹਰ ਆਏ। ਫਿਰ ਐਮਐਲਏ ਸਾਹਿਬ ਪਹਿਲਾਂ ਤਾਂ ਗੱਲ ਨਹੀਂ ਸੁਣੀ, ਫਿਰ ਬਾਹਰ ਆਏ, ਉਹ ਕਹਿਣ ਕਿ ਭਾਈ ਸਾਡੀ ਇੱਥੇ ਗੱਲ ਸੁਣ ਕੇ ਜਾਓ, ਸਾਡੀਆਂ ਤੁਸੀਂ ਮੰਗਾਂ ਨਹੀਂ ਪ੍ਰਵਾਨ ਕਰਨੀ। ਐਮਐਲਏ ਸਾਹਿਬ ਕਹਿੰਦੇ ਮੈਂ ਬਹੁਤ ਜ਼ਰੂਰੀ ਜਾਣਾ, ਦੇਖੋ ਇਦਾਂ ਨਾ ਕਰੋ, ਗੱਲ ਥੋੜੀ ਸੁਣੂਗਾ। 1 ਘੰਟੇ 'ਚ ਆਇਆ, ਅਗਲਿਆਂ ਨੇ ਜਾਣ ਦਿੱਤੇ ਵੀ ਕੋਈ ਗੱਲ ਨਹੀਂ, ਬੰਦਾ ਜਨਤਕ ਤੌਰ ਤੇ ਕਹਿ ਕੇ ਗਿਆ। 1 ਘੰਟਾ 2 ਘੰਟੇ 3 ਘੰਟੇ 4 ਘੰਟੇ ਐਮਐਲਏ ਸਾਹਿਬ ਮੁੜੇ ਹੀ ਨਾ। ਹੁਣ ਅਗਲੇ ਮੁੜਦੇ ਆ, ਇਲੈਕਸ਼ਨ ਸਿਰ ਤੇ ਆ। ਫਿਰ ਬੀਬੀਆਂ ਨੇ ਕੁਝ ਵੀ ਨਹੀਂ ਕੀਤਾ, ਬੀਬੀਆਂ ਕੋਠੀ ਦੀ ਛੱਤ ਤੇ ਚੜ ਗਈਆਂ ਕਿ ਭਾਈ ਠੀਕ ਹੈ, ਫਿਰ ਐਮਐਲਏ ਸਾਹਿਬ ਨਹੀਂ ਮੁੜਦੇ, ਆਪਾਂ ਲਾ ਲੈ ਜੇ ਟਿਕਾਣੇ ਆਂਗਨਵਾੜੀ ਵਰਕਰ ਤੇ ਹੈਲਪਰ ਜਿਹੜੇ ਆ। ਤੇ ਫਿਰ ਸਮਾਗਮ ਅੱਧ ਵਿਚਾਲੇ ਛੱਡ ਕੇ ਜਿੱਥੇ ਦੌਰੇ ਤੇ ਗਏ ਸੀ, ਘੁਬਾਇਆ ਸਾਹਿਬ ਨੂੰ ਵਾਪਸ ਆਉਣਾ ਪਿਆ। ਨਹੀਂ ਫੋਨ ਵੀ ਦੱਸੀ ਨਾ, ਫੋਨ ਮਤਲਬ ਕਿੱਡੀ ਹੈਰਾਨੀ ਵਾਲੀ ਗੱਲ ਹੈ ਵੀ ਆਮ ਤੌਰ ਤੇ ਹੁੰਦਾ ਵੀ ਘਰੋਂ ਨਿਕਲ ਨਹੀਂ ਦੇਣਾ ਜੀ। ਘੁਬਾਇਆ ਸਾਹਿਬ ਨੂੰ ਫੋਨ ਇਹ ਜਾਂਦਾ ਘਰੇ ਆਓ, ਇੱਕ ਨਾ ਘਰੇ ਛੇਤੀ ਆ ਜਾਓ, ਤੁਸੀਂ ਕਹਿ ਕੇ ਗਏ ਵੀ ਆਉਣਾ, ਉਹ ਕਹਿੰਦੇ ਨਹੀਂ ਮੇਰੇ ਕੋਲ ਜੇ ਟਾਈਮ ਨਾ ਆ ਜਾਓ ਟਾਈਮ ਨਾ। ਫੇਰ ਨਾ ਇਦਾਂ ਹੋਵੇ, ਅਗਲੇ ਕਹਿਣਾ ਅਗਲੇ ਘਰੇ ਆਏ ਬੈਠੇ ਆ। ਸੰਧਾਲੀਆ ਸਾਹਿਬ ਫਿਰ ਹੋਰ ਦੇਖੋ, ਆਂਗਨਵਾੜੀ ਵਾਲੀਆਂ ਬੀਬੀਆਂ ਨੇ ਕਿ ਛੱਤ ਤੇ ਆਓ, ਮੰਗ ਪੱਤਰ ਦੇਣਾ ਹੀ ਤੁਹਾਨੂੰ। ਫਿਰ ਘੁਬਾਇਆ ਸਾਹਿਬ ਪਹਿਲਾਂ ਕਹਿੰਦੇ ਥੱਲੇ ਆ ਜਾਓ, ਇਦਾਂ ਥੋੜੀ ਛੱਤ ਤੇ। ਫਿਰ ਅੱਧੀਆਂ ਪੌੜੀਆਂ ਚੜ੍ਹ ਕੇ ਗਏ, ਬੀਬੀ ਜੀ ਤੁਸੀਂ ਥੱਲੇ ਆਓ, ਤੁਹਾਡਾ ਮੰਗ ਪੱਤਰ ਪਹੁੰਚਾਵਾਂਗੇ, ਮੁੱਖ ਮੰਤਰੀ ਸਾਹਿਬ ਮੰਗਾਂ ਵੀ ਤੁਹਾਡੀਆਂ ਮੰਨਣਗੇ। ਜਦੋਂ ਅੱਧੀਆਂ ਪੌੜੀਆਂ ਚੜ੍ਹ ਕੇ ਘੁਬਾਇਆ ਸਾਹਿਬ ਉੱਪਰ ਗਏ ਐਮਐਲਏ ਸਾਹਿਬ, ਫੇਰ ਬੀਬੀਆਂ ਥੱਲੇ ਉਤਰੀਆਂ, ਨਾਲੇ ਮੰਗ ਪੱਤਰ ਦਿੱਤਾ, ਨਾਲੇ ਅਲਟੀਮੇਟਮ ਦਿੱਤਾ, ਤੇ ਇਹ ਵੀ ਕਿਹਾ ਅੱਗੋਂ ਤੋਂ ਫਿਰ ਐਮਐਲਏ ਸਾਹਿਬ ਜਿੰਨਾ ਕੁ ਸਮਾਂ ਦੇ ਕੇ ਜਾਓ, ਮੁੜ ਆਈਦਾ ਹੁੰਦਾ ਵੇਲੇ ਸਿਰ। ਹਾਂ, ਇਹ ਵੀ ਗੱਲ ਹੈਗੀ ਹੈ। ਹੋ ਸਕਦਾ ਵੀ ਉਹ ਮਤਲਬ ਘੁਬਾਇਆ ਸਾਹਿਬ, ਦਵਿੰਦਰ ਸਿੰਘ ਘੁਬਾਇਆ ਨੂੰ ਹੈ ਤਾਂ ਨਿੱਕੀ ਉਮਰ ਹੈ, ਹੋ ਸਕਦਾ ਬੀਬੀਆਂ ਨੇ ਬਾਅਦ 'ਚ ਸਾਰਾ ਕੰਮ ਕਰਨ ਤੋਂ ਬਾਅਦ ਨਾ ਸ਼ਾਮੀ
ਨਹੀਂ ਕੁੜੀਆਂ ਐ ਨਹੀਂ ਸੀ ਕਰਨਾ, ਨਹੀਂ ਨਿੱਕਾ ਅਜੇ ਮੁੰਡਾ ਨਹੀਂ, ਤੁਸੀਂ ਵੀ ਬਾਲਾ ਹੀ ਕਰਨ ਲੱਗ ਪੈਂਦੀਆਂ ਹੈ ਨਾ। ਇਹ ਵੀ ਹੋ ਸਕਦਾ ਐਮਐਲਏ ਸਾਹਿਬ ਨੇ ਸ਼ੇਰ ਸਿੰਘ ਘਬਾਇਆ ਸਾਹਿਬ ਨੂੰ ਫੋਨ ਕੀਤਾ ਹੋਵੇ, ਉਹ ਡੈਡੀ ਉਹ ਫਿਰ ਉਹ ਤਾਂ ਹੁਣ ਕੋਠੇ ਦੇ ਨੇ, ਉਹ ਤਾਂ ਹੁਣ ਡੈਡੀ ਨੂੰ ਮੈਂ ਦੱਸੋ ਆਪਾਂ ਕੀ ਕਰੀਏ ਕੀ ਕਰੀਏ। ਉਹ ਕਹਿੰਦੇ ਜਾ ਮੰਗ ਪੱਤਰ ਲੈ ਲਾ, ਮੈਨੂੰ 30 ਸਾਲ ਹੋ ਗਏ ਮੰਗ ਪੱਤਰ ਲੈ ਕੇ ਆਪਾਂ ਰੱਖ ਲਈ, ਤੇ ਜਿੱਥੇ ਮੈਂ ਰੱਖਦਾ ਉੱਥੇ ਤੂੰ ਰੱਖ ਦੇ। ਉੱਥੇ ਬਾਰੀ ਦੇ ਵਿੱਚ ਨਾ ਇੱਕ ਤੂੰ ਖਾਣਾ ਤੂੰ ਵੀ ਲੈ ਲਾ, ਉੱਥੇ ਰੱਖ ਦਿਆ ਕਰ, ਉੱਥੇ ਮੈਂ ਲਿਖਾ ਦੇਣਾ ਪਰਚੀ ਨਿੱਕੇ ਘਬਾਇਆ ਸਾਹਿਬ ਦੇ ਮੰਗ ਪੱਤਰ। ਚਲੋ ਇਹ ਤਾਂ ਹੋ ਗਿਆ ਗੱਲਬਾਤ। ਦੂਜੇ ਦੋਵਾਂ ਲੀਡਰਾਂ ਦੀ ਵੀ ਗੱਲ ਕਰ ਲਈ ਆਪਾਂ ਜਿਹਨਾਂ ਨੂੰ ਘੇਰਿਆ। ਆਮਲਾ ਸਾਹਿਬ ਨਾਲ ਦੋਹਰੇ ਘੇਰਿਆ ਗਿਆ ਯਾਰ। ਨਹੀਂ ਦੇਖੋ ਹੁਣ ਆਮਲਾ ਸਾਹਿਬ ਜਿਹੜੇ ਹਲਕੇ 'ਚ ਆ ਉੱਥੇ ਨਹਿਰੀ ਪਾਣੀ ਵੀ ਲੱਗਦਾ। ਹੁਣ ਆਮਲਾ ਸਾਹਿਬ ਗਏ, ਰਮਿੰਦਰ ਸਿੰਘ ਆਮਲਾ ਪਹਿਲੀ ਗੱਲ ਹੈ ਕਿ ਅਮੀਰ ਵਿਧਾਇਕ ਨੇ, ਚਲੋ ਕੋਈ ਅਮੀਰ ਹੋਣਾ ਕੋਈ ਗਲਤੀ ਥੋੜੀ ਹੈ। ਹੁਣ ਉੱਥੇ ਗਏ, ਕਿਸਾਨਾਂ ਨੇ ਫਿਰ ਜਿਹੜਾ ਜਿੰਦਾਬਾਦ ਮੁਰਦਾਬਾਦ ਕਰਨਾ ਹੁੰਦਾ ਸ਼ੁਰੂ ਕਰਤਾ। ਉਹ ਕਹਿੰਦੇ ਲਿਆਓ, ਉਹ ਕਿਸਾਨਾਂ ਦਾ ਝੰਡਾ ਫੜ ਕਹਿੰਦੇ ਚਲੋ ਕਿਸਾਨ ਯੂਨੀਅਨ ਜਿੰਦਾਬਾਦ, ਕਿਉਂਕਿ ਆਮਲਾ ਸਾਹਿਬ ਵੀ ਫਿਰ ਆਪਣੇ ਆਪ ਦੇ ਵਿੱਚ ਲੀਡਰ ਨੇ ਭਾਈ, ਲੀਡਰ ਨੇ ਤਾਂ ਕਿਹੜੇ ਹਲਕੇ ਤੋਂ ਲੀਡਰ ਨੇ, ਐਮਐਲਏ ਨੇ, ਉਹ ਵੀ ਕਿਸਾਨ ਯੂਨੀਅਨ ਜਿੰਦਾਬਾਦ, ਕਿਸਾਨ ਯੂਨੀਅਨ ਜਿੰਦਾਬਾਦ। ਫਿਰ ਕਿਸਾਨ ਕਹਿੰਦੇ ਇਦਾਂ ਨਹੀਂ ਆ ਕਿ ਪਹਿਲਾਂ ਸਾਡੇ ਨਾਲ ਉੱਥੇ ਚਲੋ ਪਾਣੀ ਪੂਣੀ ਨਹੀਂ ਆਉਂਦਾ। ਉਹ ਕਹਿੰਦੇ ਮੈਂ ਦੇਖਿਆ ਆ, ਵਾਅਦਾ ਤੁਹਾਡੇ ਨਾਲ ਕੀਤਾ ਆਊਗਾ, ਸਮੱਸਿਆ ਸਾਰੇ ਚੱਲਦੀ ਆ, ਬੰਦੇ ਮੈਂ ਲਾਏ ਹੋਏ ਆ। ਫਿਰ ਕਹਿੰਦੇ ਜੀ ਨੌਕਰੀਆਂ ਨਹੀਂ ਦਿੱਤੀਆਂ। ਉਹ ਕਹਿੰਦੇ ਯਾਰ ਦੇਖੋ ਜੇ ਤਾਂ ਕਾਲੇ ਝੰਡੇ ਦਿਖਾਉਣੇ ਆ ਫਿਰ ਮੈਂ ਚੱਲ ਜਾਣਾ ਇੱਥੋਂ, ਮੈਂ ਤੁਹਾਡੇ ਨਾਲ ਗੱਲ ਕਰਦਾ, ਦੇਖੋ ਤੁਹਾਡੇ ਵਿੱਚ ਖੜਾ। ਪਰ ਜਿਸ ਤਰੀਕੇ ਹਰ ਰੋਜ਼ ਇਹ ਕੰਮ ਹੋਣ ਲੱਗ ਪਿਆ, ਇੰਨੀ ਤਾਂ ਗੱਲ ਸੰਧਾਲੀਆ ਸਾਹਿਬ ਠੀਕ ਹੈ ਕਿ ਘਰਾਓ ਹੋ ਰਹੇ ਆ, ਵਿਰੋਧ ਹੋ ਰਹੇ ਆ, ਸਵਾਲ ਪੁੱਛੇ ਜਾ ਰਹੇ ਆ। ਸਵਾਲ ਪੁੱਛਣਾ ਲੋਕਤੰਤਰੀ ਪ੍ਰਕਿਰਿਆ ਦਾ ਹਿੱਸਾ। ਬਹੁਤ ਸਾਰੇ ਵਿਧਾਇਕ, ਬਹੁਤ ਸਾਰੇ ਲੀਡਰ ਕਹਿ ਸਕਦੇ ਯਾਰ ਇਹ ਤਾਂ ਪਿੰਡਾਂ 'ਚ ਆਉਣਾ ਥੋੜੀ ਤੁਸੀਂ ਰੋਕ ਸਕਦੇ ਆ, ਕਾਨੂੰਨ ਨੂੰ ਹੱਥ 'ਚ ਲੈਂਦੇ ਹੋ। ਪਰ ਇੱਥੇ ਇੱਕ ਗੱਲ ਸਾਨੂੰ ਸਮਝਣੀ ਪਊਗੀ ਕਿ 1947 ਤੋਂ ਲੈ ਕੇ 2021 ਆ ਗਿਆ, ਜਿਹੜੀਆਂ ਸਮੱਸਿਆਵਾਂ ਕਈ ਪਹਿਲੇ ਦਿਨ ਖੜੀਆਂ ਸੀ ਅੱਜ ਵੀ ਖੜੀਆਂ। ਇਹ ਲੋਕ ਕਾਨੂੰਨ ਹੱਥ 'ਚ ਲੈ ਰਹੇ ਆ, ਨਹੀਂ ਲੈਣੇ ਚਾਹੀਦੇ। ਪਰ ਇਹ ਵੀ ਤਾਂ ਦੇਖੀਏ ਨਾ ਕਿ ਇਲੈਕਸ਼ਨ ਮੈਨੀਫੈਸਟੋ ਦੇ ਨਾਂ ਤੇ ਕਿੰਨੇ ਦਹਾਕੇ ਹੋ ਗਏ ਲੋਕਾਂ ਨਾਲ ਝੂਠ ਬੋਲੇ ਜਾ ਰਹੇ ਆ। ਲੋਕਾਂ ਨੂੰ ਆਣ ਕੇ ਕਹਿ ਜਾਣਾ, ਲੋਕਾਂ ਨੂੰ ਮੁੜ ਕੇ ਕਰਨਾ ਕੁਛ ਨਹੀਂ, ਅਗਲੀ ਵਾਰੀ ਆ ਕੇ ਫੇਰ ਕਹਿ ਜਾਣਾ, ਲੋਕਾਂ ਨੂੰ ਲੜਾ ਦੇਣਾ। ਲੋਕੀ ਜਾਗ ਰਹੇ ਆ। ਜੇ ਤੁਸੀਂ ਕਾਨੂੰਨ ਸੰਵਿਧਾਨ ਦੇ ਮੁਤਾਬਕ ਕੰਮ ਕਰਦੇ, ਮੈਂ ਇਹਨਾਂ ਦੀ ਆਮਲਾ ਸਾਹਿਬ ਦੀ ਗੱਲ ਨਹੀਂ ਕਰਦਾ, ਸਾਰੀ ਓਵਰਆਲ ਜਿਹੜਾ ਸਿਨੈਰੀਓ ਆ ਪੋਲੀਟੀਕਲ ਲੋਕਾਂ ਦਾ। ਹੁਣ ਜੱਸੀ ਖੰਗੂੜਾ ਹੋਰੀ ਜਿਹੜੇ ਆ, ਗੋਲਡੀ ਖੰਗੂੜਾ ਹੋਰੀ, ਉਹ ਗੋਲਡੀ ਧੁਰੀ ਦੇ ਐਮਐਲਏ ਨੇ। ਉਹਨਾਂ ਦੀ ਧਰਮ ਪਤਨੀ ਬੀਬੀ ਜਿਹੜੀ ਹੈ ਸਿਮਰਤ ਖੰਗੂੜਾ, ਉਹ ਬਹੁਤ ਸਰਗਰਮ ਨੇ। ਜੇ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖੋ ਤਾਂ ਰੋਜ਼ 8-10 ਪਿੰਡਾਂ ਦੇ ਵਿੱਚ ਉਹਨਾਂ ਦਾ ਜਾਣਾ ਹੁੰਦਾ। ਗੋਲਡੀ ਖੰਗੂੜਾ ਹੋਰੀ ਠੀਕ ਹੈ ਸਿਆਸਤ ਦੇ ਵਿੱਚ ਉੱਪਰਲੇ ਲੈਵਲ ਤੇ ਕੰਮ ਕਰਦੇ ਹੋਣਗੇ, ਉਹ ਬੀਬੀ ਦੀ ਸਰਗਰਮੀ ਬੜੀ ਹੈ। ਹੁਣ ਇੱਕ ਪਿੰਡ ਦੇ ਵਿੱਚ ਉਹ ਵੀ ਗਏ ਤੇ ਕਿਸਾਨਾਂ ਨੇ ਮੂਹਰੇ ਮੁਰਦਾਬਾਦ ਕਰ ਦਿੱਤੀ ਕਿ ਭਾਈ ਸਾਡੇ ਪਿੰਡ ਤਾਂ ਅਸੀਂ ਸਿਆਸੀ ਲੀਡਰ ਨਹੀਂ ਵੜਨ ਦਿੰਦੇ। ਉਹ ਬੀਬੀ ਜੀ ਬਰਾਬਰ ਧਰਨਾ ਲਾ ਕੇ ਕਹਿੰਦੀ ਮੈਂ ਕਿਸਾਨ ਦੀ ਧੀ, ਕਰੋੜਾਂ ਰੁਪਈਆ ਹਲਕੇ ਦੇ ਪਿੰਡਾਂ ਤੇ ਖਰਚ ਦਿੱਤਾ, ਜਿੱਥੇ ਪੈਸੇ ਦਿੱਤੇ ਅਸੀਂ ਦੇਖਣਾ ਨਹੀਂ ਆ ਕੇ, ਤੁਸੀਂ ਸਾਨੂੰ ਵੜਨੋਂ ਨਹੀਂ ਰੋਕ ਸਕਦੇ, ਅਸੀਂ ਤੁਹਾਡੇ ਨਾਲ ਖੜੇ ਆਂ। ਗੋਲਡੀ ਖੰਗੂੜਾ ਹੋਰੀ ਹਲਕੇ ਤੋਂ ਦਿੱਲੀ ਤੱਕ ਪੈਦਲ ਮਾਰਚ ਕਰਕੇ ਗਏ ਆ, ਕਿਸਾਨਾਂ ਦੇ ਨਾਲ ਖਲੋਤੇ, ਇਦਾਂ ਨਾ ਕਰੋ। ਉਹਨਾਂ ਨੇ ਬਰਾਬਰ ਧਰਨਾ ਲਾਤਾ, ਗੋਲਡੀ ਖੰਗੂੜਾ ਹੋਰੀ ਵੀ ਉੱਥੇ ਆ ਗਏ। ਯਾਨੀ ਕੁੱਲ ਮਿਲਾ ਕੇ ਸਿਆਸਤਦਾਨ ਕਹਿੰਦੇ ਨੇ ਕਿ ਭਾਈ ਸਾਨੂੰ ਨਾ ਰੋਕੋ, ਪਰ ਅਸਲ ਦੇ ਵਿੱਚ ਠੀਕ ਹੈ ਉਹ ਆਪਣਾ ਤਰਕ ਰੱਖ ਸਕਦੇ ਆ। ਪਰ ਇਹ ਵੀ ਤਾਂ ਦੇਖਣਾ ਕਿ ਲੋਕ ਇੰਨੇ ਅੱਕ ਕਿਉਂ ਗਏ, ਲੋਕ ਇੰਨੇ ਥੱਕ ਕਿਉਂ ਗਏ, ਇਹਦਾ ਕਿਤੇ ਨਾ ਕਿਤੇ ਨਤੀਜਾ ਤਾਂ ਆਉਣਾ ਸੀ। ਇਹ ਨਤੀਜਾ ਆਉਣਾ ਸੀ। ਇੱਕ ਚੀਜ਼ ਨਾ ਹੋਰ ਹੋ ਸਕਦਾ ਵੀ ਕਈ ਐਮਐਲਏ ਸਾਹਿਬਾਨ ਜਿਹੜੇ ਨੇ ਉਹ ਭਾਵੇਂ ਮੌਜੂਦਾ ਪਾਰਟੀ ਦੇ ਆ, ਭਾਵੇਂ ਸਾਬਕਾ ਪਾਰਟੀ ਦੇ ਆ, ਭਾਵੇਂ ਵਿਰੋਧੀ ਪਾਰਟੀ ਦੇ, ਜਿਹੜੀ ਮਰਜ਼ੀ ਪਾਰਟੀ ਦੇ ਆ, ਉਹ ਕਿਸੇ ਵੇਲੇ ਇਹ ਸੋਚਦੇ ਹੁੰਦੇ ਵੀ ਯਾਰ ਐਵੇਂ ਸਾਡੇ ਗੱਲ ਕਿਉਂ ਪਈ ਜਾਂਦੇ, ਯਾਰ ਕਰਦਾ ਤਾਂ ਮੁੱਖ ਮੰਤਰੀ ਨਹੀਂ ਜਾਂ ਫਲਾਨਾ ਮੰਤਰੀ ਨਹੀਂ ਕਰਦਾ, ਯਾਰ ਮੈਨੂੰ ਕਿਉਂ ਆਖੀ ਜਾਂਦੇ ਹੈ ਨਾ। ਜਾਂ ਜਿਹਦੀ ਸਰਕਾਰ ਨਹੀਂ ਹੁੰਦੀ, ਜੇ ਮੰਨ ਲਓ ਇਸ ਵਕਤ ਕਾਂਗਰਸ ਦੀ ਸਰਕਾਰ ਆ ਤੇ ਕਿਸੇ ਆਮ ਆਦਮੀ ਪਾਰਟੀ ਵਾਲੇ ਨੂੰ ਜਾਂ ਬੀਜੇਪੀ ਵਾਲੇ ਨੂੰ ਜਾਂ ਅਕਾਲੀ ਦਲ ਦੇ ਕਿਸੇ ਐਮਐਲਏ ਨੂੰ ਘੇਰਿਆ ਹੋਵੇ, ਯਾਰ ਤੁਸੀਂ ਮੇਰੇ ਗੱਲ ਕੱਲ ਹੀ ਸਿਆਪਾ ਪਾਈ ਜਾਂਦੇ, ਯਾਰ ਕਾਂਗਰਸ ਦੀ ਸਰਕਾਰ, ਉਹਨਾਂ ਨੂੰ ਪੁੱਛੋ ਜਾ ਕੇ, ਹਲਕਾ ਇੰਚਾਰਜ ਉਹਨਾਂ ਨੇ ਫਲਾਨਾ ਲਾਇਆ, ਚੱਲਦੀ ਤਾਂ ਉਹਦੀ, ਮੈਨੂੰ ਤਾਂ ਠਾਣੇ ਨਹੀਂ ਪੁੱਛਦਾ ਕੋਈ, ਤੇ ਤੁਸੀਂ ਐਵੇਂ ਮੈਨੂੰ ਘੇਰੀ ਜਾਂਦੇ। ਇਹ ਹੁੰਦੀ ਹੈ ਗੱਲ, ਬੜੇ ਲੀਡਰ ਸੋਚਦੇ ਹੋਣਗੇ। ਪਰ ਮੈਂ ਵੈਸੇ ਸੋਚਦਾ ਹੁੰਦਾ ਵੀ ਜੇ ਮੰਨ ਲਓ ਇਹ ਤਾਂ ਹੋ ਨਹੀਂ ਸਕਦਾ ਵੀ ਇੱਕ ਐਮਐਲਏ ਤੇ ਉਹਦੇ ਕੋਲ ਕੋਈ ਤਾਕਤ ਹੀ ਨਹੀਂ। ਤਾਕਤ ਇੰਨੀ ਬੜੀ ਹੈ ਵੀ ਜੇ ਤੁਸੀਂ ਹੁਣ ਕਹਿੰਦੇ ਵੀ ਆਓ ਮੈਂ ਤੁਹਾਡੇ ਨਾਲ ਫਲਾਣੇ ਥਾਂ ਖਲੋਣਾ, ਤੇ ਜੇ ਤੁਸੀਂ 5 ਸਾਲ ਉਹਨਾਂ ਦੇ ਨਾਲ ਤੁਰੇ ਫਿਰੋ, ਉਹਨਾਂ ਦੇ ਕੰਮ ਵੇਂਦੇ ਫਿਰੋ, ਉੱਥੇ ਕਰਦੇ ਰਹੋ ਨੀਤ ਦੇ ਨਾਲ, ਤੇ ਲੋਕਾਂ ਦੀਆਂ ਕਿਤੇ ਕਿੰਨੀਆਂ ਕੁ ਮੰਗਾਂ ਹੁੰਦੀਆਂ ਯਾਰ। ਉਹਨਾਂ ਨੂੰ ਜੇ ਨਜ਼ਰ ਆਵੇ ਵੀ ਯਾਰ ਜਦੋਂ ਆਪਾਂ ਹਨੇਰੇ ਆਵਾਜ਼ ਮਾਰੀ ਦੀ ਤਾਂ ਵੀ ਹੁੰਦਾ, ਸਵੇਰੇ ਆਵਾਜ਼ ਮਾਰੀ ਦੀ ਤਾਂ ਵੀ ਸਾਡੇ ਨਾਲ ਖਲੋਤਾ ਹੁੰਦਾ ਬੰਦਾ, ਤੇ ਆਪਣਾ ਚਲੋ ਕੋਈ ਗੱਲ ਨਹੀਂ, ਐਤਕੀਆਂ ਦੀ ਪਹੁੰਚ ਨਹੀਂ, ਅਗਲੀ ਵਾਰ ਪਹੁੰਚ ਹੋਊ ਤੇ ਸਾਡਾ ਕੰਮ ਹੋ ਜੂ। ਇੱਕ ਜਿਹੜਾ ਉਹ ਪ੍ਰਭਾਵ ਆ ਕਿ ਯਾਰ ਇਹ ਸਾਡਾ ਆਪਣਾ ਬੰਦਾ, ਅਸਲ 'ਚ ਲੀਡਰਾਂ ਨੇ ਉਹ ਗਵਾ ਲਿਆ ਜਿਹਦਾ ਕਰਕੇ ਵਿਰੋਧ ਹੁੰਦਾ। ਸੰਧਾਲੀਆ ਸਾਹਿਬ ਵਿਚਾਰਾਂ ਦਾ ਆਦਾਨ ਪ੍ਰਦਾਨ ਬਹੁਤ ਜ਼ਰੂਰੀ ਹੈ ਕਿ ਲੀਡਰ ਬੈਠੇ ਆ, ਲੋਕ ਬੈਠੇ ਆ ਕਿ ਆਪੋ ਆਪਣੀ ਗੱਲ ਰੱਖਣ, ਬਿਨਾਂ ਗੱਲ ਰੱਖਣ ਤੋਂ ਗੱਲ ਨਹੀਂ ਨਿਬੜਨੀ। ਹੁਣ ਲੀਡਰਾਂ ਨੂੰ ਸਮਝ ਆਉਂਦੀ ਆ ਕਿ ਭਾਈ ਔਖਾ ਹੋਈ ਜਾਂਦਾ ਵੀ ਇਦਾਂ ਕਿਉਂ ਕਰਦੇ ਆ। ਆਮ ਲੋਕਾਂ ਦੇ ਲਈ ਜਿਹੜੇ ਔਖੇ ਹੋ ਕੇ ਤੰਗ ਹੋ ਕੇ ਪੋਸਟਰ ਲਾਉਂਦੇ ਆ, ਬੈਨਰ ਲਾਉਂਦੇ ਆ, ਘੇਰਦੇ ਆ, ਸਵਾਲ ਪੁੱਛਦੇ ਆ, ਅਸੀਂ ਇੱਕ ਬੇਨਤੀ ਜ਼ਰੂਰ ਕਰਾਂਗੇ, ਕਿਸੇ ਨੂੰ ਮਾੜਾ ਸ਼ਬਦ ਨਾ ਬੋਲਿਓ। ਜੇ ਮੂਹਰਿਓਂ ਐਮਐਲਏ, ਹਲਕਾ ਇੰਚਾਰਜ, ਕੋਈ ਵੀ ਲੀਡਰ ਉਮੀਦਵਾਰ ਗੱਲ ਕਰਨੀ ਚਾਹੁੰਦਾ ਨਾ, ਮੌਕਾ ਦਿਓ। ਮੈਂ ਕਿਹਾ ਚਾਹ ਪਿਓ, ਹਾਂ ਚਾਹ ਪਿਓ, ਉਹਦੇ ਨਾਲ ਬਹੁ 15-20 ਮਿੰਟ। ਹੋ ਸਕਦਾ ਕਿਸੇ ਵੇਲੇ ਇਹ ਵੀ ਹੁੰਦਾ ਵੀ ਅਗਲੇ ਬੰਦੇ ਦੇ ਜਿਹੜੇ ABC ਸਲਾਹਕਾਰ ਹੁੰਦੇ ਉਹਨਾਂ ਨੇ ਚੁੱਕਿਆ, ਉਹ ਫਲਾਨੇ ਪਿੰਡੋਂ ਜੀ ਫਲਾਨਾ ਸੋਂ ਆ, ਉਹ ਤੇ ਵੈਸੇ ਹੀ ਫਲਾਨਿਆਂ ਦਾ ਬੰਦਾ ਜੀ, ਉਹ ਆਪਣਾ ਵਿਰੋਧ ਕਰਦਾ। ਉਹ ਜਦੋਂ ਉਹਦੇ ਨਾਲ ਅੱਧਾ ਘੰਟਾ ਬਵਾਂਗੇ ਫਿਰ ਪਤਾ ਲੱਗੇ ਵੀ ਯਾਰ ਉਹ ਸਲਾਹਕਾਰ ਮੈਨੂੰ ਹੋਰ ਸਲਾਹ ਦੇ ਗਿਆ ਤੇ ਬੰਦਾ ਹੀ ਬੜਾ ਵਧੀਆ। ਬਹੁਤ ਜ਼ਰੂਰੀ ਆ ਸੰਧਾਲੀਆ ਸਾਹਿਬ, ਜੇ ਅਗਲੇ ਬੰਦੇ ਕਹਿਣਗੇ
ਕਿ ਭਾਈ ਸਾਨੂੰ ਬੋਲਣ ਦਾ ਮੌਕਾ ਨਹੀਂ ਦਿੰਦੇ। ਉਹਨੂੰ 2 ਮਿੰਟ ਮੰਗਦਾ 4 ਦਿਓ, 4 ਮੰਗਦਾ 8 ਦਿਓ। ਆਪਾਂ ਤਾਂ ਉੱਥੇ ਧਰਨਾ ਲਾ ਕੇ ਬੈਠੇ ਹੀ ਆ, ਆਪਾਂ ਕਿਹੜਾ ਕਿਤੇ ਜਾਣਾ ਹੋ ਤੇ ਲੀਡਰ ਨੇ ਜਾਣਾ ਹੋ। ਅਗਲੇ ਨੂੰ ਪੂਰਾ ਮੌਕਾ ਦਿਓ, ਕੱਲੇ ਹੋ ਕੇ ਗੱਲ ਰੱਖੋ ਕਿ ਭਾਈ ਆਹ ਸਾਰਾ ਕੁਝ ਹੈਗਾ। ਸਗੋਂ ਮੈਂ ਕਹਿੰਦਾ ਪਿੰਡ ਵਾਲੇ ਉਹ ਸਾਰਾ ਲਿਖ ਕੇ ਰੱਖਣ ਕੋਲੇ, ਸਾਰਿਆਂ ਦੇ ਕੋਲੇ ਇੱਕ ਵਰਕਾ ਜੇਬ ਦੇ ਵਿੱਚ ਹੀ ਹੋਵੇ। ਜਦੋਂ ਕੋ ਆਉਣ, ਜੇ ਕਿਸੇ ਨੂੰ ਵੀ ਲੋੜ ਪਵੇ ਕੋਲੋਂ ਨਾ ਪੁੱਛੇ, ਉੱਥੋਂ ਬੋਲ ਕੇ ਦੱਸੇ ਕਿ ਭਾਈ ਆਹ 10 ਇਸ਼ੂ ਨੇ, ਇਹਨਾਂ ਦੇ ਉੱਤੇ ਜਵਾਬ ਦਿਓ। ਹੁਣ ਮੈਂ ਤਾਂ ਇਹ ਵੀ ਬੇਨਤੀ ਕਰਦਾ ਕਿ ਠੀਕ ਹੈ, ਅਸੀਂ ਪਿੰਡ ਵਾਲਿਆਂ ਨੂੰ ਇਹ ਸਲਾਹ ਦਿੰਦੇ ਆ ਕਿ ਕੋਈ ਮਾੜਾ ਸ਼ਬਦ ਨਾ ਬੋਲੇ, ਤਾਂ ਬੋਲਣ ਦਾ ਮੌਕਾ ਦਿਓ, ਸਵਾਲ ਪੁੱਛੋ। ਦੂਸਰੀ ਗੱਲ, ਸਾਡੇ ਲੀਡਰ ਸਾਹਿਬਾਨ ਉਹ ਕਹਿਣਗੇ ਜੀ ਅਸੀਂ ਬਹੁਤ ਗੇੜੇ ਮਾਰੇ, ਅਸੀਂ ਜਾਣਦੇ ਆ, ਠੀਕ ਹੈ, ਪਰ ਆ ਜਦੋਂ ਚੋਣ ਆਉਂਦੀ ਹੈ, ਚੋਣਾਂ ਦੇ ਆਖਰੀ ਮਹੀਨੇ 'ਚ ਤੁਸੀਂ ਆਪਣੇ ਹਲਕੇ ਦੇ ਕਿੰਨੇ ਪਿੰਡਾਂ 'ਚ ਕਿੰਨੀ ਵਾਰੀ ਗਏ, ਐਵਰੇਜ ਕੱਢੋ। ਕੀ ਤੁਸੀਂ ਮੁੜ ਕੇ 1 ਮਹੀਨੇ ਦੇ ਵਿੱਚੋਂ 1 ਹਫ਼ਤਾ ਉਸੇ ਰਫ਼ਤਾਰ ਨਾਲ ਪਿੰਡਾਂ 'ਚ ਜਾਓ ਤਾਂ ਇੱਕ ਦਿਨ 'ਚ 13 14 ਪਿੰਡਾਂ ਦੇ ਵਿੱਚ ਵੀ ਲੀਡਰ ਜਾਂਦੇ ਇਲੈਕਸ਼ਨ 'ਚ, 13 14 ਪਿੰਡਾਂ 'ਚ। ਤੇ ਜੇ 3 ਹਫ਼ਤੇ ਤੁਹਾਡੇ ਤੁਸੀਂ ਕਰੋ ਰਾਜਨੀਤੀ, ਚੌਥਾ ਹਫ਼ਤਾ ਆਪਣੇ ਹਲਕੇ ਨੂੰ ਦਿਓ, ਉਦਾਂ ਹੀ 13 ਪਿੰਡ ਇੱਕ ਦਿਨ ਦੇ ਵਿੱਚ ਕੱਢੋ ਤੇ 7 ਨੂੰ 13 ਨਾਲ ਗੁਣਾ ਕਰਦਾ, ਪੌਣਾ ਹਲਕਾ ਕਵਰ ਹੋ ਜਾਂਦਾ ਹੈ। ਜੇ ਤਾਂ ਇਸੇ ਰਫ਼ਤਾਰ ਦੇ ਨਾਲ ਜਾਂਦੇ ਹੁੰਦੇ, ਲੋਕਾਂ ਨੂੰ ਦੱਸਦੇ ਕਿ ਭਾਈ ਹੱਥ ਖੜੇ ਆ, MLA ਤੁਸੀਂ ਬਣਾਤਾ ਕਾਨੂੰਨ ਦੇ ਮੁਤਾਬਕ, ਆ ਦੇਖੋ ਮੇਰੇ ਕੋਲ ਕੋਈ ਕੋਟਾ ਨਹੀਂ, ਇੰਨਾ ਕੁ ਕੋਟਾ ਸੀ ਮੈਂ ਲਾਤਾ, ਮੈਂ ਤਾਂ ਵਾਅਦਾ ਤੁਹਾਡੇ ਨਾਲ ਕੀਤਾ ਸੀ, ਪਰ ਲੋਕ ਸਮਝ ਜਾਣਗੇ। ਸਾਨੂੰ ਆਪਣੇ ਨਿਆਣੇ ਤੋਂ ਆਸਾਂ ਹੁੰਦੀਆਂ ਨਾ ਕਿ ਨਿਆਣਾ ਜਾਊਗਾ, ਤਨਖਾਹ ਲਿਆਊਗਾ, ਮੇਰੇ ਹੱਥੇ ਰੱਖੂ, ਕਿ 5000 ਕਮਾਉਂਦਾ 3 ਰੱਖਦਾ, ਉਹ ਵੀ ਤਾਂ ਬੰਦਾ ਸਹਿ ਜਾਂਦਾ, ਚੱਲ ਯਾਰ 2000 ਖਰਚ ਲਿਆਊਗਾ। ਪੰਜਾਬ ਦੇ ਲੋਕ ਬੜੇ ਫਲੈਕਸੀਬਲ ਨੇ, ਪਰ ਇਹਨਾਂ ਨਾਲ ਸੱਚ ਬੋਲੋ, ਇਹਨਾਂ ਨਾਲ ਝੂਠ ਨਾ ਬੋਲੋ, ਇਹਨਾਂ ਦੇ ਨਾਲ ਧੱਕਾ ਨਾ ਕਰੋ, ਇਹਨਾਂ ਨੂੰ ਐਵੇਂ ਗੋਲੀਆਂ ਨਾ ਰੇੜੋ, ਫਿਰ ਨਾ ਇਦਾਂ ਕਰਨਗੇ। ਨਹੀਂ ਵੀ ਕੰਮ ਹੋਏ ਉੱਥੇ ਜਾ ਕੇ ਦੱਸ ਦਿਓ ਭਾਈ ਨਹੀਂ ਹੋਏ, ਸੱਚ ਬੋਲਦਾ ਹੀ, ਲੋਕ ਅਸੈਪਟ ਕਰਨਗੇ, ਗੱਲ ਦੀ ਗਰੰਟੀ ਹੈ। ਬਿਲਕੁਲ ਸਹੀ। ਆਪਾਂ ਹੁਣ ਗੱਲ ਜਿਹੜੀ ਕਰਨੀ ਹੈ ਨਾ, ਆਜੋ ਉਹ ਕਰਨੀ ਹੈ ਵੀ ਥੋੜਾ ਇਦਾਂ ਲੱਗਦਾ ਵੀ ਸ਼ਾਇਦ ਦਿੱਲੀੋਂ ਜਿਹੜਾ ਹਾਈ ਕਮਾਂਡ ਨੇ ਸੱਦਿਆ ਸੀ, ਕਿਸੇ ਨੂੰ ਚਾਹ ਪਿਆਈ, ਕਿਸੇ ਨੂੰ ਕੌਫੀ, ਕਿਸੇ ਨੇ ਕਹਿੰਦੀ ਮੈਂ ਤਾਂ ਬਲੈਕ ਕੌਫੀ ਲੈਣਾ, ਬਿਸਕੁਟ ਨਾਲ ਨਹੀਂ ਬਿਸਕਿਟ ਰਹਿਣ ਦਿਓ, ਕੁਕੀਜ਼ ਵੀ ਨਹੀਂ ਖਾਣੇ। ਉਹ ਪਿਛਲੇ ਦਿਨਾਂ ਦੀਆਂ ਮੀਟਿੰਗਾਂ ਤੋਂ ਲੱਗ ਇਦਾਂ ਰਿਹਾ ਵੀ ਸ਼ਾਇਦ ਜਿਹੜਾ ਵਾਹ ਮਤਲਬ ਤਾਪ ਜਿਹਾ ਚੜਿਆ ਸੀ ਨਾ ਗਰਮੀ ਵਾਲਾ, ਜਾ ਮੈਂ ਨਹੀਂ ਵੇਖਣਾ ਨੂੰ, ਇਹ ਮੇਰੇ ਸਾਹਮਣੇ ਨਾ ਆਵੇ, ਮੇਰੇ ਮੱਥੇ ਨਾ ਲੱਗੇ, ਉਹ ਗੱਲ ਠੰਡੀ ਜੀ ਹੋ ਗਈ ਲੱਗਦੀ। ਆਪਾਂ ਨਹੀਂ ਕਹਿੰਦੇ ਵੀ ਕਿਸੇ ਨੇ ਬਿਆਨ ਦਿੱਤਾ, ਪਰ ਜਿਹੜੇ ਸਿੱਧੂ ਸਾਹਿਬ ਦੇ ਹੋਣ ਵਾਲੇ ਟਵੀਟ ਨੇ ਉਹਨਾਂ ਤੋਂ ਪਤਾ ਲੱਗਦਾ ਕਿ ਉਦਾਂ ਹੀ ਜਿੱਦਾਂ ਮਤਲਬ ਕੜਾਈ 'ਚੋਂ ਨਿਕਲੇ ਪਕੌੜੇ ਪਹਿਲਾਂ ਨੇ ਵੀ ਇਹ ਯਾਰ ਕੱਚੀ ਹੈ ਜੀ, ਉਹ ਗੱਲ ਨਹੀਂ। ਇਹ ਜਿਹੜਾ ਹੋਣ ਵਾਲਾ ਪੂਰ ਹੈ ਵਾਹ ਰੜਿਆ ਲੱਗਦਾ ਹੈ ਨਾ, ਜਿਸ ਹਿਸਾਬ ਨਾਲ ਉਹਦੇ ਵਿੱਚ ਮਸਾਲਾ ਪਾਇਆ, ਉਹਦੇ ਤੋਂ ਇਹ ਜਾਪਦੀ ਹੈ ਗੱਲ ਵੀ ਹੋਣ ਵਾਲੇ ਟਵੀਟ ਜਿਹੜੇ ਨੇ ਉਹ ਹੁਣ ਹੋਣ ਵਾਲੀ ਸਰਕਾਰ ਜਾਂ ਕੈਪਟਨ ਸਾਹਿਬ ਵੱਲ ਸਿੱਧਤ ਨਹੀਂ ਹੈਗੇ, ਉਹਨਾਂ ਦੇ ਵਿੱਚ ਵਿਰੋਧੀਆਂ ਦੇ ਖਿਲਾਫ ਤਵਾ। ਹੁਣ ਸਭ ਤੋਂ ਪਹਿਲਾਂ ਦੇ ਕੇਜਰੀਵਾਲ ਹੋਰਾਂ ਦੇ ਖਿਲਾਫ ਵੀ ਤਵਾ ਰੱਖ ਲੈਣਗੇ। ਆ ਜਿਹੜੇ ਪੰਜਾਬ ਵਾਲੇ ਥਰਮਲ ਪਲਾਂਟ ਇਹਨਾਂ ਨੂੰ ਬੜੇ ਚੁੱਭਦੇ ਆ ਭਾਈ, ਇਹ ਤਾਂ ਚਾਹੁੰਦੇ ਆ ਵੀ ਪੰਜਾਬ ਤਰੱਕੀ ਕਰੇ ਨਾ, ਬੱਤੀ ਬੰਦ ਹੋ ਜਾਵੇ, ਸਭ ਕੁਝ ਇੱਥੇ ਖਤਮ ਹੋ ਜਾਵੇ। ਇਹ ਆਮ ਆਦਮੀ ਪਾਰਟੀ ਦੀ ਸੱਚਾਈ। ਤੇ ਦੂਜਾ ਨਾਲ ਉਹਨਾਂ ਨੇ ਮਜੀਠੀਆ ਸਾਹਿਬ ਨੂੰ ਘੇਰ ਲਿਆ। ਉਹ ਕਹਿੰਦੇ ਮਜੀਠੀਆ ਸਾਹਿਬ ਤੁਹਾਡੇ ਕੋਲ ਵੀ ਤੇ ਸੀਗੀ ਨੇ ਗੱਲਬਾਤ ਵੀ ਸੋਲਰ ਜਿਹੜੇ ਪਲਾਂਟ ਹੈ ਉਹਨਾਂ ਦਾ ਕੀ ਹਿਸਾਬ ਕਿਤਾਬ ਕੱਢਿਆ। ਸੰਧਾਲੀਆ ਸਾਹਿਬ ਇਹ ਬੜਾ ਅਜੀਬੋ-ਗਰੀਬ ਜਿਹਾ ਮਸਲਾ। ਇਹ ਸਾਰੇ ਗੱਲ ਦੇ ਵਿੱਚੋਂ ਇੱਕ ਜਿਹੜੀ ਨਿਕਲਦੀ ਆ ਕਿ ਨਵਜੋਤ ਸਿੱਧੂ ਸਰਗਰਮ ਨੇ ਪੂਰੇ ਜਾਨੀ ਉਹ ਕਿੱਧਰ ਨੂੰ ਸਰਗਰਮ ਨੇ ਉਹ ਦੂਸਰਾ ਸਵਾਲ ਹੈ, ਪਰ ਉਹ ਬੰਦਾ ਹਰ ਰੋਜ਼ 3 4 5 6 ਟਵੀਟ, ਕਿਉਂਕਿ ਵੱਡੇ ਇਕੱਠ ਤਾਂ ਜੋ ਹੋ ਨਹੀਂ ਸਕਦੇ। ਅਸਲੀ ਟਵਿੱਟਰ ਵਾਲਿਆਂ ਦਾ ਨੁਕਸ ਹੈ ਨਾ, ਉਹ ਲੈਣਾ ਥੋੜ੍ਹੀਆਂ ਦਿੰਦੇ ਲੈਣਾ ਥੋੜੀ। ਉਹ ਸਿਆਸੀ ਤੌਰ ਤੇ ਇਕੱਠ ਅਜੇ ਪੰਜਾਬ 'ਚ ਹੋ ਨਹੀਂ ਸਕਦੇ, ਅਜੇ ਉਹਦੀ ਆਗਿਆ ਨਹੀਂ ਹੈ, ਇਹ ਗੱਲ ਕਲੀਅਰ ਹੈ, ਭਾਵੇਂ ਪਾਬੰਦੀਆਂ ਬਹੁਤੀਆਂ ਖੁੱਲ ਗਈਆਂ ਸਕੂਲਾਂ ਕਾਲਜਾਂ ਵਾਲੀਆਂ। ਹੁਣ ਜਦੋਂ ਟਵੀਟ ਕਰਦੇ ਆ, ਇਹਦਾ ਮਤਲਬ ਹੈ ਕਿ ਅਗਲਾ ਬੰਦਾ ਐਨ ਸਰਗਰਮ ਹੈ। ਦੂਸਰਾ, ਜਿਸ ਤਰੀਕੇ ਦਿੱਲੀ ਸਰਕਾਰ ਦੇ ਉੱਤੇ ਉਹ ਵਰੇ ਨੇ ਸਿੱਧੇ, ਇਹਦਾ ਮਤਲਬ ਹੈ ਕਿ ਉਹ ਕਾਂਗਰਸ 'ਚ ਹੀ ਰਹਿਣਗੇ, ਉਹ ਜੇ ਜਾਣਗੇ ਨਹੀਂ, ਇਹ ਕਲੀਅਰ ਹੋ ਗਿਆ। ਇਹ ਉਹੀ ਨਾ ਮਤਲਬ ਜਿਹੜਾ ਪਿਛਲੇ ਦਿਨ ਇਹ ਧੁੜਕੂ ਲੋਕਾਂ ਲੱਗਾ, ਇਹ ਫਿਰ ਹੁਣ ਆਪ ਚ ਜਾਊ, ਫਿਰ ਇਹ ਫਿਰ ਹੁਣ ਮੁੱਖ ਮੰਤਰੀ ਕੇਜਰੀਵਾਲ ਬਣਾਊ ਫਿਰ ਇਹਨੂੰ। ਹਾਂ, ਉਹ ਗੱਲ ਜਿਹੜੀ ਆ ਸਾਰੀ ਤਕਰੀਬਨ ਹਾਲ ਦੀ ਘੜੀ ਬੰਦ ਹੈ। ਪਰ ਆ ਜਿਹੜਾ ਮਸਲਾ ਆ ਗਿਆ, ਅਕਾਲੀ ਦਲ ਨੂੰ ਡਾਕਟਰ ਦਲਜੀਤ ਸਿੰਘ ਚੀਮਾ ਨੇ ਚੱਕਿਆ, ਤਰਨ ਚੁੱਗ ਹੋਰਾਂ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਚੱਕਿਆ, ਤੇ ਇਧਰਲੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ। ਇਹਨਾਂ ਤਿੰਨਾਂ ਨੇ ਕੀ ਕਿਹਾ? ਤਰਨ ਚੁੱਗ ਹੋਰਾਂ ਨੇ ਕਿਹਾ ਕਿ ਕੇਜਰੀਵਾਲ ਤਾਂ ਪੰਜਾਬ ਦਾ ਦੁਸ਼ਮਣ ਆ, ਇੰਨੀ ਗਰਮੀ ਆ ਤੇ ਪੰਜਾਬ ਦੇ ਥਰਮਲ ਬੰਦ ਕਰਾਉਣ ਨੂੰ ਫਿਰਦਾ। ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਨੇ ਕਿਹਾ, ਉਹ ਕਹਿੰਦੇ ਝੋਨਾ ਲੱਗਾ ਪਿਆ, ਕੁਰਬਲ ਪੰਜਾਬ 'ਚ ਹੁੰਦੀ ਆ, ਬੱਤੀ ਪਹਿਲਾਂ ਹੀ ਘੱਟ ਆ, ਤਾਂ ਕੇਜਰੀਵਾਲ ਹੋਰੀ ਪੰਜਾਬ ਦੇ ਥਰਮਲ ਬੰਦ ਕਰਾਉਣ ਨੂੰ ਫਿਰਦੇ ਆ। ਇਸੇ ਤਰੀਕੇ ਸਿੱਧੂ ਸਾਹਿਬ ਦਾ ਟਵੀਟ ਹੈ, ਵੱਖਰੇ ਨੇ। ਹੁਣ ਕਹਾਣੀ ਕੀ ਹੈ, ਜਿੰਨੀ ਕਿ ਅਜੇ ਤੱਕ ਸਾਹਮਣੇ ਆਈ ਹੈ ਕਿ ਅਦਾਲਤ ਦੇ ਵਿੱਚ ਕੋਈ ਪਟੀਸ਼ਨ ਪਈ ਦਿੱਲੀ ਸਰਕਾਰ ਵਾਲੇ ਪਾਸਿਓਂ, ਕਿਉਂਕਿ ਗੱਲ ਉਹ ਆਪਣਾ ਪੱਖ ਰੱਖਣਗੇ, ਕਲੀਅਰ ਹੋ ਜਾਊਗਾ, ਪਰ ਉਹ ਇਕੱਲੇ ਪੰਜਾਬ ਦੇ ਬਾਬਤ ਨਹੀਂ ਪਈ। ਪਹਿਲੀ ਗੱਲ ਇਹ, ਉਹਦੇ ਵਿੱਚ 3 ਸੂਬਿਆਂ ਦਾ ਜ਼ਿਕਰ ਹੈ। ਇਹ ਹਾਲਾਂਕਿ ਜਿੰਨੇ ਵੀ ਲੀਡਰਾਂ ਨੇ ਬਿਆਨ ਦਿੱਤੇ ਆ, ਉਹਨਾਂ ਨੇ ਇਕੱਲਾ ਪੰਜਾਬ ਵਾਲਾ ਇਸ਼ੂ ਕੇਂਦਰਿਤ ਕੀਤਾ, ਪਰ ਉਹਨਾਂ ਨੇ 3 ਸੂਬਿਆਂ ਦੇ ਵਿੱਚ ਜਿਹੜੇ ਥਰਮਲ ਚੱਲਦੇ ਆ ਉਹਨਾਂ ਦੀ ਗੱਲ ਕੀਤੀ ਸੀ। ਤੇ ਹੋ ਸਕਦਾ ਕਿ ਉਹਨਾਂ ਥਰਮਲਾਂ ਦੀ ਗੱਲ ਹੋਵੇ ਜਿਨ੍ਹਾਂ ਤੋਂ ਮਹਿੰਗੀ ਬੱਤੀ ਮਿਲਦੀ ਹੈ,
ਤੇ ਮਹਿੰਗੀ ਬਿਜਲੀ ਮਿਲ ਕੇ ਮੁੜ ਕੇ ਲੋਕਾਂ ਨੂੰ ਵੱਧ ਬਿੱਲ ਆਉਂਦੇ ਆ ਤੇ ਜਿੱਦਾਂ ਹੀ ਉਹਨਾਂ ਨੇ ਵਾਪਸ ਕਹਿੰਦੇ ਪਟੀਸ਼ਨ ਵਾਪਸ ਲੈ ਲਈ, ਉਧਰ ਕਹਿੰਦੇ ਅਦਾਲਤ ਨੇ ਖਾਰਜ ਕਰਤੀ। ਸੱਚ ਸਾਹਮਣੇ ਆਜੂ। ਹੁਣ ਅਕਾਲੀ ਦਲ ਦਾ, ਭਾਜਪਾ ਦਾ, ਉਧਰ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਲੀਡਰਾਂ ਦਾ ਸਾਰਾ ਹੀ ਜ਼ੋਰ ਇਸ ਗੱਲ ਦੇ ਉੱਤੇ ਲੱਗ ਗਿਆ ਕਿ ਕੇਜਰੀਵਾਲ ਤਾਂ ਪੰਜਾਬ ਦੀ ਬੱਤੀ ਬੰਦ ਕਰਾਉਣ ਨੂੰ ਫਿਰਦਾ, ਕੇਜਰੀਵਾਲ ਤਾਂ ਪੰਜਾਬ ਦੇ ਥਰਮਲ ਬੰਦ ਕਰਾਉਣ ਨੂੰ ਫਿਰਦਾ। ਇਸ ਵੇਲੇ ਸਾਨੂੰ ਬੱਤੀ ਦੀ ਬਹੁਤ ਲੋੜ ਹੈ। ਪਰ ਪਹਿਲਾਂ ਉਹ ਪਟੀਸ਼ਨ ਦਾ ਖਰੜਾ ਕੀ ਹੈ, ਪਟੀਸ਼ਨ ਕਿਉਂ ਪਾਈ ਗਈ ਸੀ, ਉਹਦੇ ਵਿੱਚ ਇਦਾਂ ਤਾਂ ਤੁਸੀਂ ਜਾ ਕੇ ਪਟੀਸ਼ਨ ਪਾ ਦਿਓ ਕਿ ਜੀ ਯੂਪੀ ਦਾ ਥਰਮਲ ਬੰਦ ਕਰ ਦਿਓ ਨਾ, ਉਹਦੇ ਵਿੱਚ ਲੌਜਿਕ ਕੀ ਦੱਸਿਆ? ਕੀ ਇਹ ਕਿਹਾ ਗਿਆ ਸੀ ਕਿ ਸਮਝੌਤੇ ਗਲਤ ਹੋਏ ਆ? ਕੀ ਇਹ ਕਿਹਾ ਗਿਆ ਸੀ ਕਿ ਉਹਦੇ ਤੋਂ ਬੱਤੀ ਮਹਿੰਗੀ ਮਿਲਦੀ ਹੈ ਜਾਂ ਉਹਦੇ ਉੱਤੋਂ ਕੋਈ ਪ੍ਰਦੂਸ਼ਣ ਹੁੰਦਾ? ਲੌਜਿਕ ਕੀ ਦਿੱਤਾ ਗਿਆ ਸੀ, ਇਹ ਦੇਖਣ ਵਾਲੀ ਗੱਲ ਹੈ। ਪਰ ਜਿਸ ਤਰੀਕੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਸ ਮੁੱਦੇ ਤੇ ਟਵੀਟ ਕਰ ਦਿੱਤਾ, ਉਹਦੇ ਨਾਲ ਇੱਕ ਪਿਕਚਰ ਜਿੱਦਾਂ ਥਰਡ ਅੰਪਾਇਰ ਦੇ ਕੋਲੇ ਐ ਜਾਂਦਾ ਹੁੰਦਾ ਕ੍ਰਿਕਟ ਦੇ ਵਿੱਚ, ਇਹ ਗੱਲ ਕਲੀਅਰ ਹੋ ਗਈ ਹੈ। ਆਮ ਆਦਮੀ ਪਾਰਟੀ 'ਚ ਨਹੀਂ ਜਾਣਗੇ, ਭਾਜਪਾ 'ਚ ਜਾਣਾ ਨਹੀਂ, ਅਕਾਲੀਆਂ ਦੇ ਉੱਤੇ ਲਗਾਤਾਰ ਵਰੇ ਹੈ ਤੇ ਕਾਂਗਰਸ 'ਚ ਹੀ ਰਹਿਣਗੇ। ਫੈਸਲਾ ਆਪਾਂ 12 ਤਰੀਕ ਤੱਕ ਮਿੱਥਿਆ ਸੀ ਕਿ ਭਾਈ ਆ ਜਾਣਾ, ਪਰ ਜਿਹੜਾ ਉਹਨਾਂ ਨੇ ਸੂਰਜੀ ਊਰਜਾ ਵਾਲਾ ਨਿਸ਼ਾਨਾ ਲਾਇਆ, ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਸੀ ਕਿ 22 ਰੁਪਏ ਯੂਨਿਟ ਹੋਣੀ ਸੀ, ਉਹ ਬੰਦਾ ਦੂਜੀ ਵਾਰੀ ਦਾਅਵਾ ਕਰ ਗਿਆ ਕਿ 1 ਰੁਪਈਆ 99 ਪੈਸੇ ਦੋਵਾਂ ਤੋਂ ਘੱਟ, ਦੋਵਾਂ ਤੋਂ ਵੀ ਘੱਟ, ਜਾਨੀ 2 ਰੁਪਏ ਦਾ ਢਾਂਚਾ ਜਿਹਾ ਆਉਂਦਾ ਨਾ ਢਊਆ, ਉਹਦੇ ਤੋਂ ਵੀ ਘੱਟ। ਕਹਿੰਦੇ ਉਹ 2 ਜਿਹਦੇ ਕੋਲ ਹੈਗੇ 1 ਯੂਨਿਟ ਬਿਜਲੀ ਫੂਕ ਲਓ ਬਸ। ਉਹ 2 ਰੁਪਏ ਦਾ ਤੇ 20 ਚੋਂ 2 ਰੁਪਏ ਘੱਟ ਦਾ ਇੰਨਾ ਜਿਹੜਾ ਫਰਕ ਹੈ, ਇਹ ਹੁਣ ਮੇਰੇ ਖਿਆਲ ਆਉਣ ਵਾਲੇ ਦਿਨਾਂ 'ਚ ਅਕਾਲੀ ਦਲ ਕਲੀਅਰ ਕਰ ਦੂਗਾ। ਪਰ ਉਧਰ ਬਾਬਾ ਜੀ ਢੱਡਰੀਆਂ ਵਾਲੇ ਵੀ ਗਰਮ ਹੋ ਗਏ ਯਾਰ। ਦੇਖੋ ਬਿਰਸਾ ਸਿੰਘ ਬਲਟੋਆ ਸਾਹਿਬ, ਤੁਸੀਂ ਕੱਲ ਗੱਲ ਕੀਤੀ ਸੀ ਬੜੀ ਸ਼ਿੱਦਤ ਦੇ ਨਾਲ ਕਿ ਭਾਈ ਵਲਟੋਆ ਸਾਹਿਬ ਨੇ ਕਿਹਾ ਕਿ ਇਹਨਾਂ ਦੇ ਪੈਰੋਕਾਰ ਵਿਦੇਸ਼ਾਂ 'ਚ ਬਹੁਤ ਹੈ, ਉੱਥੇ ਇੱਕ ਮੁੰਡਾ ਨਸ਼ੇ 'ਚ ਫੜ ਹੋਇਆ, ਉਹਦੇ ਪਰਿਵਾਰ ਦਾ ਮੈਂਬਰ ਇਹਨਾਂ ਦੇ ਨਾਲ ਸੁਰੱਖਿਆ 'ਚ ਹੈ। ਫੋਟੋਆਂ ਦਿਖਾਈਆਂ ਉਹਨਾਂ ਨੇ, ਐ ਕੱਢ ਕਰਕੇ ਲਿਆਓ, ਉੱਤੇ ਦਿਖਾਈਆਂ, ਆਹ ਦੇਖ ਜਿੰਨੇ ਰਫਲ ਫੜੀ ਇਹ ਬੰਦਾ ਹੈ, ਐ ਦਿਖਾ ਉਂਗਲੀ ਲਾ ਲਾ ਕੇ। ਚਲੋ ਫਿਰ ਉਹਨਾਂ ਨੇ ਗੱਡੀਆਂ ਦੀ ਗੱਲ ਕੀਤੀ ਸੀ, ਮਹਿੰਗੀਆਂ ਗੱਡੀਆਂ, ਕਈ ਕੁਛ। ਹੁਣ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਬੋਲੇ ਆ, ਕਿਉਂਕਿ ਆਪਾਂ ਕੱਲ ਹੀ ਕਿਹਾ ਸੀ ਕਿ ਪ੍ਰਤੀਕਿਰਿਆ ਤਾਂ ਆਊ। ਉਹ ਕਹਿੰਦੇ ਜੇ ਫੋਟੋਆਂ ਦੇ ਵਿੱਚ ਕੋਈ ਬੰਦਾ ਕਿਸੇ ਦੇ ਨਾਲ ਖੜਾ ਹੈ, ਜੇ ਉਹ ਦੋਸ਼ੀ ਆ, ਤਾਂ ਫਿਰ ਪਾਰਟੀ ਦੇ ਬੜੇ ਲੀਡਰ ਨੇ ਜਿਨ੍ਹਾਂ ਦੀਆਂ ਕਹਿੰਦੇ ਫੋਟੋਆਂ ਪਿਛਲੇ ਦਿਨਾਂ ਦੇ ਵਿੱਚ ਕਥਿਤ ਤੌਰ ਤੇ ਨਸ਼ਾ ਤਸਕਰਾਂ ਦੇ ਨਾਲ ਆਈਆਂ ਸੀ, ਫਿਰ ਉਹ ਵੀ ਦੋਸ਼ੀ ਆ। ਦੂਸਰਾ ਉਹਨਾਂ ਨੇ ਵੀ ਕਿਹਾ, ਕਹਿੰਦੇ ਜੇ ਕਰੋੜਾਂ ਰੁਪਈਆਂ ਦੀਆਂ ਗੱਡੀਆਂ ਮੇਰੇ ਕੋਲੇ ਹੈਗੀਆਂ, ਇਹਨਾਂ ਨੇ 1.5 ਕਰੋੜ ਦੀ ਕਹਿੰਦੇ ਗੱਡੀ ਦੱਸੀ ਆ, ਮੈਂ 60 ਲੱਖ ਦੀ ਦੇਣ ਨੂੰ ਤਿਆਰ ਆ, ਲੈ ਜਾਓ, ਆਓ ਆਣ ਕੇ ਇੱਥੇ, ਕਹਿੰਦੇ ਆ ਜਾਓ, ਮੈਂ ਤੁਹਾਨੂੰ ਆਪ ਦਿਖਾਉਣਾ ਕਿ ਮੇਰੇ ਕੋਲ ਕਿੰਨੀਆਂ ਗੱਡੀਆਂ। ਜਿਹੜੀ ਤੁਸੀਂ 1.5 ਕਰੋੜ ਦੀ ਕਹਿੰਦੇ ਕਰੋੜ ਛੱਡਿਆ, ਕਹਿੰਦੇ 60 ਲੱਖ ਦੀ ਲੈ ਜਾਓ। ਨਹੀਂ ਵਧੀਆ, ਇਹ ਕੰਮ ਤਾਂ ਸੌਖਤਾ ਮੇਰੇ ਖਿਆਲ ਨਾਲ ਹੋ ਸਕਦਾ ਵੀ ਜੇ ਭਾਈ ਰਣਜੀਤ ਸਿੰਘ ਹੋਰਾਂ ਨੇ ਇਹ ਗੱਲ ਕਰਤੀ ਨਾ, ਤੇ ਜੇ ਕਿਸੇ ਨਾ ਕਿਸੇ ਨੇ ਇਧਰੋਂ ਪੱਟ ਮਾਰਤਾ, ਆਪਾਂ ਫਿਰ ਚੱਲੀਏ ਉੱਥੇ ਇੱਕ ਨਾ ਪਤਾ ਕਰਕੇ ਵੀ ਪਟਿਆਲੇ ਕਿੰਨੀਆਂ ਗੱਡੀਆਂ, ਤੇ ਹੋ ਸਕਦਾ ਵੀ ਕੱਪੜਾ ਮਾਰ ਦਿਓ, ਇਹ ਕੱਪੜਾ ਲੀਡਰ ਆਉਣੇ, ਪੈਸੇ ਵੱਟੀ ਇਹਨਾਂ ਫੋਮ ਜੀ ਮਾਰ ਕੇ ਚਮਕਾ ਦਿਓ। ਵੈਸੇ ਉਹਨਾਂ ਨਾਲ ਇਹ ਵੀ ਦੱਸਤਾ, ਕਹਿੰਦੇ ਮੈਂ ਉਹਨਾਂ ਦੀ ਜਾਣਕਾਰੀ ਦੱਸਦੇ ਹਾਂ ਕਿ ਉਹ ਗੱਡੀ ਜਦੋਂ ਮੇਰੇ ਤੇ ਹਮਲਾ ਹੋਇਆ ਸੀ, ਜਿਹ 'ਚ ਇੱਕ ਸਾਡਾ ਸਾਥੀ ਕਹਿੰਦੇ ਸ਼ਹੀਦ ਹੋ ਗਿਆ ਸੀ, ਉਦੋਂ ਬੁਰੀ ਤਰ੍ਹਾਂ ਭੱਜ ਟੁੱਟ ਗਈ ਸੀ, 5 ਸਾਲ ਮੁੜ ਕੇ 4 ਸਾਲ ਹੋ ਗਏ, ਥਾਣੇ ਖੜੀ ਹੈ, ਲਿਜਾਣੀ ਤਾਂ ਫਿਰ ਲੈ ਜਾਓ, ਤੁਹਾਨੂੰ ਪਤਾ ਹੀ ਆ ਕਿੱਦਾਂ ਦੀ ਹੋ ਜਾਂਦੀ ਉੱਥੇ। ਹਾਂ, ਪਰ ਇਹ ਜੋ ਵੀ ਤੰਦ ਤਾਣੀ ਹੈ ਨਾ, ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਵੀ ਇਹ ਤੰਦ ਤਾਣੀ ਹੋ ਸਕਦਾ ਵੀ ਇੱਥੇ ਕਿਤੇ ਜੁੜਦੀ ਹੋਵੇ, ਪਰ ਇਹ ਜੁੜਦੀ ਇੱਥੇ ਨਹੀਂ ਹੈ, ਇਹ ਜੁੜਦੀ ਉੱਥੇ ਹੈ ਜਿਹੜੀ SIT ਨੂੰ ਬਿਆਨ ਜਾ ਕੇ ਦਿੱਤੇ ਸੀ ਭਾਈ ਰਣਜੀਤ ਸਿੰਘ ਹੋਰਾਂ ਨੇ। ਉਹਨਾਂ ਕਿਹਾ ਵੀ, ਹਾਂ, ਉਹ ਕਹਿੰਦੇ ਸੇਕ ਇੱਥੋਂ ਨਹੀਂ ਲੱਗਾ, ਸੇਕ ਕਹਿੰਦੇ ਜਿਹੜੇ ਮੈਂ ਬਿਆਨ ਦੇ ਕੇ ਆਇਆ ਉੱਥੋਂ ਲੱਗਾ। ਅਸਲੀ ਗੱਲ ਦੱਸੋ ਕਹਿੰਦੇ ਸਾਹਮਣੇ। ਪਰ ਇੱਕ ਚੀਜ਼ ਇਹ ਵੀ ਆ, ਦੇਖੋ ਇਹਦੇ ਤੋਂ ਇੱਕ ਗੱਲ ਹੋਰ ਵੀ, ਆਪਾਂ ਇਹ ਨਹੀਂ ਕਹਿੰਦੇ ਵੀ ਇਦਾਂ ਹੋਊ, ਜਸਟ ਅੰਦਾਜ਼ਾ ਆ। ਬੜੀ ਵਾਰ ਇਹ ਬਿਆਨ ਅਕਾਲੀ ਦਲ ਵੱਲੋਂ ਆਉਂਦਾ ਰਿਹਾ, ਸਾਨੂੰ ਪਤਾ ਕਿਹੜਾ ਕੀ ਕਰਦਾ, ਅਫਸਰਾਂ ਬਾਰੇ ਥੋੜਾ ਖਿਆਲ ਨਾਲ ਚੱਲਣ। ਇਹ ਕਿਤੇ ਇਦਾਂ ਦੇ ਨੇ ਵੀ ਜਿਹੜੇ ਬਿਆਨ ਉੱਥੇ ਅੰਦਰ ਦਿੱਤੇ ਆ ਭਾਈ ਰਣਜੀਤ ਸਿੰਘ ਹੋਰਾਂ ਨੇ, ਉਹ ਮੀਡੀਆ 'ਚ ਆਏ ਹੋਣ ਨਾ ਆਏ ਹੋਣ, ਪਰ ਘੁੰਮਦੇ ਘਮਾਉਂਦੇ ਕਾਗਜ਼ ਕਿਤੇ, ਮੈਂ ਜਨਾਬ ਉੱਥੋਂ ਫੋਟੋ ਖਿੱਚ ਕੇ ਤੁਹਾਨੂੰ WhatsApp ਕੀਤੀ, ਚੈੱਕ ਕਰ ਲਿਓ, ਬਾਬਾ ਜੀ ਆਹ ਕਹਿ ਗਏ ਆ। ਹੋ ਸਕਦਾ ਵੀ ਕੋਈ ਇਹੋ ਜਿਹੀ ਗੱਲ ਹੋਵੇ ਤਾਂ ਹੀ ਇੱਧਰੋਂ ਕੰਮ ਚੁੱਕਿਆ ਹੋਇਆ ਵੀ ਇਹ ਥੋੜਾ ਬਿਆਨ ਵੀ ਹੁੰਦੇ ਹੋ, ਇਹ ਬਾਬੇ ਹੋਣੀ ਫਿਰ ਨਿਕਲ ਆਏ ਨੇ। ਕਿਉਂਕਿ ਆਪਾਂ ਇਹ ਦੇਖਿਆ ਸੀ ਕਿ ਇਸ ਤੋਂ ਪਹਿਲਾਂ ਜਦੋਂ ਸਰਗਰਮੀ ਸੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ, ਉਦੋਂ ਬਾਅਦ ਪਤਾ ਨਹੀਂ ਰੱਬ ਜਾਣੇ ਕੀ ਹੋਇਆ, ਭਾਵੇਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਗੱਲ ਕਰ ਲਓ, ਭਾਵੇਂ ਭਾਈ ਪੰਥਪ੍ਰੀਤ ਹੋਰਾਂ ਦੀ ਗੱਲ ਕਰ ਲਓ, ਵਿਚਾਰੇ ਚੁੱਪ ਕਰ ਗਏ ਸੀ। ਪਰ ਹੁਣ ਜੇ ਇੱਕ ਵਾਰ ਫਿਰ ਤੋਂ ਸਰਗਰਮੀ ਫੜੀ ਆ ਤੇ ਇੱਧਰੋਂ ਫਿਰ ਸਿਆਸੀ ਹਮਲੇ ਹੋਣ ਲੱਗ ਪਿਆ, ਇਹਦਾ ਮਤਲਬ ਕੋਈ ਤੇ ਤਾਰ ਐਸੀ ਹੈਗੀ ਹੈ ਜਿਹੜੀ ਹਿੱਲੀ ਹੈ। ਸੰਧਾਲੀਆ ਸਾਹਿਬ, ਮੈਨੂੰ ਲੱਗਦਾ ਕਿ ਗੱਲ ਇੱਥੇ ਇੱਕ ਨਹੀਂ ਰਹਿਣੀ, ਗੱਲ ਦੂਰ ਤੱਕ ਜਾਣੀ ਹੈ, ਕਿਉਂਕਿ ਇਹਨਾਂ ਨੇ ਬਿਆਨ ਦਿੱਤੇ ਆ ਤੇ ਪ੍ਰਤੀਕਿਰਿਆ ਉਧਰੋਂ ਵੀ ਆਉਣੀ ਆ, ਗੱਲ ਇਦਾਂ ਚੱਲ ਪੈਣੀ ਆ ਚਿੜੀ ਛਿੱਕੇ ਵਾਲੀ। ਹੁਣ ਦੂਸਰੇ ਪਾਸੇ ਯੂਪੀ ਦੀਆਂ 2 ਗੱਲਾਂ ਨੇ ਕਰਨ ਵਾਲੀਆਂ। ਪਹਿਲੀ ਗੱਲ ਕਿ ਉੱਥੇ ਜਿਹੜੀਆਂ ਬਲਾਕ ਸੰਮਤੀ ਦੀਆਂ ਚੋਣਾਂ ਹੋਈਆਂ, ਉਹਦੇ ਵਿੱਚੋਂ ਤਕਰੀਬਨ 75-80% ਸੀਟਾਂ ਭਾਰਤੀ ਜਨਤਾ ਪਾਰਟੀ ਨੇ ਜਿੱਤ ਲਈਆਂ। 15 ਜ਼ਿਲ੍ਹਿਆਂ ਦੇ ਵਿੱਚ ਰੌਲਾ ਪਿਆ, ਕੁੱਟ ਕਟਾਪਾ, ਡਾਂਗੋ ਡਾਂਗੀ, ਪਰ BJP ਦੀ ਜਿੱਤ ਹੋ ਗਈ। ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਯੋਗੀ ਆਦਿੱਤਿਆਨਾਥ ਸਾਹਿਬ ਦੀਆਂ ਨੀਤੀਆਂ ਦੇ ਉੱਤੇ ਮੋਹਰ ਲੱਗੀ ਹੈ, ਠੀਕ ਹੈ। ਉਧਰ ਯੋਗੀ ਸਾਹਿਬ ਦੀ ਸਰਕਾਰ ਨੇ ਇੱਕ ਖਰੜਾ ਜਿਹੜਾ
ਉਹਨੂੰ ਪਬਲਿਕ ਡੋਮੇਨ ਦੇ ਵਿੱਚ ਰੱਖ ਦਿੱਤਾ, ਲੋਕਾਂ ਦੇ ਲਈ ਨਸ਼ਰ ਕਰ ਦਿੱਤਾ ਕਿ ਆਹ ਡਰਾਫਟ ਅਸੀਂ ਤਿਆਰ ਕੀਤਾ ਜਨਸੰਖਿਆ ਨੂੰ ਕੰਟਰੋਲ ਕਰਨ ਦੇ ਲਈ। ਤੇ 19 ਜੁਲਾਈ ਤੱਕ ਜਾਨੀ ਕਿ 9-10 ਦਿਨ ਲੋਕਾਂ ਦੇ ਕੋਲੇ ਹੈਗੇ ਆ, ਉਹਦੇ ਉੱਤੇ ਕੁਝ ਸੁਝਾਅ ਕਿਸੇ ਨੂੰ ਚੰਗਾ ਲੱਗੇ ਕਿਸੇ ਨੂੰ ਮਾੜਾ ਲੱਗੇ, ਕੋਈ ਚੀਜ਼ ਵਿੱਚੋਂ ਕਟਾਉਣੀ ਚਾਹੁੰਦੇ ਆ ਕੋਈ ਪਵਾਉਣੀ ਚਾਹੁੰਦੇ ਆ, ਉਹ ਕਹਿੰਦੇ ਸੁਝਾਅ ਦੇ ਸਕਦੇ। ਭਾਰਤ ਦੇ ਵਿੱਚ ਵੈਸੇ ਇਦਾਂ ਦਾ ਰਿਵਾਜ ਨਹੀਂ ਹੈ ਕਿ ਆਮ ਲੋਕ ਉਹਨੂੰ ਪੜ੍ਹਨ ਤੇ ਅੱਗੇ ਜਾ ਕੇ ਪ੍ਰਤੀਕਿਰਿਆ ਦੇਣ, ਪਰ ਦੇ ਸਕਦੇ ਆ। ਹੁਣ ਹੈ ਕੀ, ਉਹ ਕਹਿੰਦੇ ਜੀ ਅਸੀਂ ਇਹ ਚਾਹੁੰਦੇ ਆ ਕਿ ਇਹ ਨਿਯਮ ਬਣਾ ਦਈਏ ਉੱਤਰ ਪ੍ਰਦੇਸ਼, ਜਨਸੰਖਿਆ ਬਹੁਤ ਵਧੀਆ, ਵਿਵਸਥਾ ਕਹਿੰਦੇ ਬਹੁਤ ਅਜੀਬੋ-ਗਰੀਬ ਹੋਈ ਜਾਂਦੀ ਹੈ ਕਿ ਜਿਨ੍ਹਾਂ ਦੇ 2 ਤੋਂ ਵੱਧ ਬੱਚੇ ਨੇ ਸਰਕਾਰੀ ਨੌਕਰੀ ਨਹੀਂ ਲੈ ਸਕਦੇ, ਜਿਨ੍ਹਾਂ ਦੇ 2 ਤੋਂ ਵੱਧ ਬੱਚੇ ਹੋਣਗੇ ਉਹ ਪੰਚਾਇਤੀ ਚੋਣਾਂ 'ਚ ਵੀ ਹਿੱਸਾ ਨਹੀਂ ਲੈ ਸਕਣਗੇ। ਇਹ ਪ੍ਰਸਤਾਵ ਹੈ, ਜੇ ਕਾਨੂੰਨ ਨਹੀਂ ਬਣਿਆ ਇਹਨੂੰ ਸਾਲ ਲੱਗੂਗਾ ਕਾਨੂੰਨ ਬਣਦੇ ਨੂੰ। ਜਿਨ੍ਹਾਂ ਦੇ 2 ਤੋਂ ਵੱਧ ਬੱਚੇ ਨੇ ਜੇ ਉਹ ਸਰਕਾਰੀ ਨੌਕਰੀ ਕਰਦੇ ਆ ਤਾਂ ਤਰੱਕੀ ਨਹੀਂ ਮਿਲੂਗੀ, ਤੇ ਜਿਨ੍ਹਾਂ ਦੇ 2 ਤੋਂ ਵੱਧ ਬੱਚੇ ਨੇ ਉਹ ਸਬਸਿਡੀ ਨਹੀਂ ਲੈ ਸਕਣਗੇ। ਜਾਣੀ ਅੱਜ ਤੋਂ ਬਾਅਦ ਦੀ ਗੱਲ ਹੈ, ਜਿਨ੍ਹਾਂ ਦੇ ਪਹਿਲਾਂ ਨਹੀਂ ਉਹਨਾਂ ਦੀ ਗੱਲ ਨਹੀਂ ਹੈ। ਇਹਦੇ ਨਾਲ ਨਾਲ ਇਹ ਵੀ ਕਹਿ ਦਿੱਤਾ ਗਿਆ ਕਿ ਭਾਈ ਜਿਨ੍ਹਾਂ ਦੇ ਬੱਚੇ 2 ਤੋਂ ਘੱਟ ਹੋਣਗੇ ਉਹਨਾਂ ਨੂੰ ਇੰਨੀ ਇਨਕਰੀਮੈਂਟ ਵੀ ਦਿਆਂਗੇ, ਉਹਨਾਂ ਨੂੰ ਇੰਨੀਆਂ ਛੁੱਟੀਆਂ ਵੀ ਦਿਆਂਗੇ। ਜਾਣੀ ਕਿ ਕੁੱਲ ਮਿਲਾ ਕੇ ਨਾਲ ਦੀ ਨਾਲ ਇਹ ਵੀ ਕਹਿ ਦਿੱਤਾ ਕਿ ਇਹਦਾ ਕਿਸੇ ਧਰਮ ਦੇ ਨਾਲ ਸੰਬੰਧਿਤ ਨਹੀਂ ਹੈਗਾ ਮਸਲਾ। ਇਹ ਸਿੱਧੇ ਤੌਰ ਦੇ ਉੱਤੇ ਇਸ ਕਰਕੇ ਅਸੀਂ ਲਿਆਂਦਾ ਕਿ ਜਨਸੰਖਿਆ ਵਧੀ ਜਾਂਦੀ ਹੈ, ਲੋਕਾਂ ਨੂੰ ਸਹੂਲਤਾਂ ਦੇਣੀਆਂ ਔਖੀਆਂ ਹੋਈ ਜਾਂਦੀਆਂ, ਵਿਵਸਥਾ ਨੂੰ ਕਾਇਮ ਰੱਖਣਾ ਔਖਾ ਹੋਈ ਜਾਂਦਾ। ਸੰਧਾਲੀਆ ਸਾਹਿਬ ਸਾਲ ਲੱਗਣਾ ਕਾਨੂੰਨ ਬਣਨ ਨੂੰ। ਜੇ ਮੰਨ ਲਓ ਕਿ 19 ਜੁਲਾਈ ਤੋਂ ਬਾਅਦ ਇਹ ਛਪ ਜਾਂਦਾ ਫਿਰ ਵੀ 1 ਸਾਲ ਬਾਅਦ ਲਾਗੂ ਹੋਏਗਾ। ਪਰ ਕੁਝ ਲੋਕ ਇਦਾਂ ਸੋਚਦੇ ਆ ਕਿ ਭਾਈ ਉਸ 1 ਸਾਲ ਦੇ ਵਿੱਚ ਇੱਕ ਘਟਨਾ ਘਟਣੀ ਹੈ, ਉਹ ਹੋਣੀਆਂ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ, ਉਹ ਵਿੱਚੇ ਨਿਕਲ ਜਾਣੀਆਂ। ਹੁਣ ਦੇਖਦੇ ਹਾਂ ਲੋਕਾਂ ਦੀ ਪ੍ਰਤੀਕਿਰਿਆ ਕਿੱਦਾਂ ਦੀ ਆਉਂਦੀ ਹੈ। ਇਹ ਪ੍ਰਤੀਕਿਰਿਆ ਹੈ, ਪਰ ਇਹਦੇ ਤੇ ਮੇਰੇ ਖਿਆਲ ਨਾਲ 2 ਤਰ੍ਹਾਂ ਦੇ ਪੱਖ ਤੇ ਆਉਣੇ ਹੀ ਆਉਣੇ ਆ। ਪਹਿਲੀ ਗੱਲ ਤੇ ਇਹ ਹੋ ਸਕਦੀ ਹੈ ਵੀ ਕੁਝ ਬੰਦੇ ਇਹਨੂੰ ਸਿੱਧਾ ਜਾਂ ਕਹਿ ਲਓ ਅਸਿੱਧਾ ਧਰਮ ਦਾ ਮੁੱਦਾ ਬਣਾ ਲੈਣ, ਕਿਉਂਕਿ ਬੜੀ ਵਾਰਾਂ ਇਸ ਚੀਜ਼ ਦਾ ਪ੍ਰਭਾਵ ਜਾਂਦਾ ਰਿਹਾ ਕਿ ਵੀ ਇੱਕ ਪਰਟੀਕੂਲਰ ਭਾਈਚਾਰਾ ਜਿਹੜਾ ਹੈ ਉਹਦੇ ਤੇ ਕਈ ਵਾਰ ਇਤਰਾਜ਼ ਹੁੰਦਾ ਰਿਹਾ। ਇਸ ਤੋਂ ਪਿਛਲੇ ਹੋ ਸਕਦਾ ਬਿਆਨ ਵੀਡੀਓਜ਼ ਵੀ ਕੱਢ ਕੇ ਲੋਕੀ ਲੈ ਆਉਣ ਵੀ ਇਹ ਅੱਜ ਦੇ ਨਹੀਂ, ਇਹ ਤਾਂ ਬੜੇ ਚਿਰ ਦੇ ਕਹਿੰਦੇ ਆ, ਫਲਾਨਿਆਂ ਦੇ ਇੰਨੇ ਨਿਆਣੇ, ਢੀਂਗੜਿਆਂ ਦੇ ਇੰਨੇ ਨਿਆਣੇ, ਆਹ ਕੀ ਕੰਮ ਚੱਲੀ ਜਾਂਦਾ ਜੀ, ਇਹਨੂੰ ਬੰਦ ਕਰੋ ਜੀ, ਆਹ ਰੋਕੋ ਜੀ। ਇਹ ਤਾਂ ਕਰਦੇ ਨੇ। ਦੂਜੇ ਪਾਸੇ ਹੋ ਸਕਦਾ ਕੋਈ ਬੰਦਾ ਇਹਨੂੰ ਮਤਲਬ ਜੇ ਸਿੱਧੇ ਦਿਮਾਗ ਨਾਲ ਸੋਚੇ ਤੇ ਉਹ ਇਦਾਂ ਸੋਚੇ ਵੀ ਯਾਰ ਆਪਾਂ ਧਰਮ ਵਾਲੇ ਮੁੱਦਾ ਵਿੱਚੋਂ ਕੱਢ ਦਿੰਦੇ ਆ। ਆਪਾਂ ਜਸਟ ਨਾਰਮਲੀ ਸੋਚਦੇ ਆ ਕਿ ਜੇ ਆਪਾਂ ਭਾਰਤ ਦੀ ਆਬਾਦੀ ਦੀ ਗੱਲ ਕਰੀਏ, ਅੱਜ ਵੀ ਇੱਕ ਮਤਲਬ ਆਪਾਂ ਚਲੋ ਸ਼ੇਅਰ ਕਰ ਲੈਂਦੇ ਆ, ਇੱਕ ਉਹ ਵਰਡੋਮੀਟਰ ਜਿਹਾ ਹੈ ਕਿ ਨਹੀਂ, ਗੂਗਲ ਵਾਲੇ ਦਿਖਾ ਦਿੰਦੇ ਨੇ, ਉਹ ਤੁਸੀਂ ਚੈੱਕ ਕਰਿਓ ਕਿਤੇ ਤੁਸੀਂ ਵੀ, ਉਹ ਬੜੀ ਮਜ਼ੇਦਾਰ ਚੀਜ਼ ਹੈ। ਉਹ ਤੇ ਨਾ ਆਪਾਂ ਬਾਕੀ ਦੇਸ਼ਾਂ ਵਾਲੇ ਪਾਸੇ ਚੱਲੇ, ਇੱਧਰ ਕੈਨੇਡਾ, ਅਮਰੀਕਾ ਜਾਂ ਹੋਰ ਜਿੱਥੇ ਆਬਾਦੀ ਘੱਟ ਹੈ, ਉਹਨਾਂ ਦੀ ਆਬਾਦੀ ਦਾ ਅੰਕੜਾ ਦੇਖਣਾ, ਇੱਕ ਤਾਂ ਬੜੀ ਥੋੜੀ ਹੈ, ਦੂਜਾ ਉਹਦੇ ਵਿੱਚ ਜਿਹੜੀ ਵੱਧਦੀ ਹੈ ਗਿਣਤੀ ਉਹ ਕਦੀ ਕਦਾਈ ਕਿਤੇ ਵੱਧਦੀ ਹੈ। ਬੰਦਾ ਐ ਦੇਖਦਾ ਯਾਰ ਕਦੋਂ 3 ਤੋਂ ਚੌਕਾ ਬਣਦਾ ਹੀ, ਕਦੋਂ ਕਈ ਦੇਸ਼ਾਂ ਦਾ ਤੇ ਇਹ ਵੀ ਹਿਸਾਬ ਤਾਂ ਵੀ ਉਹ ਤੁਸੀਂ ਵਾਹਵਾ ਚਿਰ ਵੇਖਦੇ ਰਹੋ, ਆਬਾਦੀ 'ਚ ਕੋਈ ਫਰਕ ਨਹੀਂ ਪੈਂਦਾ। ਪਰ ਜੇ ਆਪਾਂ ਇੰਡੀਆ ਦੀ ਖੋਲ ਕੇ ਦੇਖ ਲਈਏ, ਪਹਿਲੀ ਗੱਲ ਤੇ 1 ਅਰਬ ਤੇ 40 ਕਰੋੜ ਦੇ ਲਾਗੇ ਬੰਨੇ ਪਹੁੰਚਣ ਵਾਲੀ ਚੀਜ਼ ਹੈ। ਦੂਜਾ ਤੁਸੀਂ ਉਹਨੂੰ ਚੰਦ ਸਕਿੰਟ ਦੇਖੋ, ਨਾਲ ਹੀ 2-3 ਸਕਿੰਟ ਬਾਅਦ ਟੜਕ 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 ਜਿੱਦਾਂ ਤੇਲ ਪੈਂਦਾ ਹੁੰਦਾ, ਬੰਦਾ ਸੋਚਦਾ ਵੀ ਇਹ ਕੀ ਕਹਿੰਦੇ ਇਹ ਆਬਾਦੀ ਨਿਆਣੇ। ਘਰ ਦੇ ਵਿੱਚ ਜਦੋਂ ਨਵੀਂ ਟੂਟੀ ਲੀਕ ਹੁੰਦੀ ਹੈ ਨਾ, ਉਹਦੇ ਵਿੱਚ ਉਹ ਲੱਗਦਾ ਹੁੰਦਾ 40-50 ਸਕਿੰਟ ਫਿਰ ਇੱਕ ਤੁਪਕਾ ਡਿੱਗਦਾ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਤਾਂ ਆਬਾਦੀ ਵਾਲਾ ਨੰਬਰ ਇਦਾਂ ਵੱਧਦਾ, ਪਰ ਭਾਰਤ ਦੇ ਵਿੱਚ ਤਾਂ ਇਦਾਂ ਉਹਦੀ ਟੂਟੀ ਖੁੱਲੀ ਛੱਡੀ ਹੁੰਦੀ ਹੈ, ਉਹ ਵਾਰਡੋਮੀਟਰ 'ਚ ਦੇਖੀਏ ਨਾ। ਸੋ ਇਹ ਬੜੀ ਮਜ਼ੇਦਾਰ ਚੀਜ਼, ਆਪਾਂ ਨੂੰ ਨਹੀਂ ਵੈਸੇ ਪਤਾ ਲੱਗਦਾ ਵੀ ਆਬਾਦੀ ਕਿੰਨੀ ਹੋਊਗੀ, ਪਰ ਇੰਡੀਆ ਦੀ ਆਬਾਦੀ ਕਿੰਨੀ ਹੋਊਗੀ, ਪਰ ਤੁਸੀਂ ਉਹ ਤੋਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨੇ ਸਕਿੰਟਾਂ, ਮੇਰੇ ਖਿਆਲ ਨਾਲ ਜੇ ਮੈਂ ਗਲਤ ਨਹੀਂ ਤੇ 2 ਸਕਿੰਟਾਂ ਦੇ ਵਿੱਚ ਹੀ ਕਾਫੀ ਕੁਝ ਫਰਕ ਪੈ ਜਾਂਦਾ। ਸੰਧਾਲੀਆ ਸਾਹਿਬ ਆਬਾਦੀ ਕਿੰਨੀ ਆ ਇੱਕ ਵੱਖਰਾ ਮਸਲਾ, ਤੇ ਕਿੰਨੀ ਹੋ ਜਾਣੀ ਆ ਰਫ਼ਤਾਰ ਦੇ ਹਿਸਾਬ ਦੇ ਨਾਲ। ਪਰ ਅਸੀਂ ਤਾਂ ਇਹ ਕਹਿੰਦੇ ਆ ਕਿ ਭਾਈ ਠੀਕ ਨੀਅਤ ਦੇ ਨਾਲ ਜੋ ਵੀ ਕਰਨਾ, ਠੀਕ ਨੀਅਤ ਦੇ ਨਾਲ ਹੋਵੇ, ਨੀਅਤ ਠੀਕ ਹੋਵੇ। ਦੂਸਰਾ ਮੈਨੂੰ ਇਹ ਵੀ ਲੱਗਦਾ ਕਿ ਯੋਗੀ ਆਦਿੱਤਿਆਨਾਥ ਸਾਹਿਬ ਜਿਹੜੇ ਸੂਬੇ ਤੋਂ ਨੇ, ਉੱਥੋਂ ਭਾਜਪਾ ਦੇ 70 ਤੋਂ ਵੱਧ MP ਨੇ ਮੈਂਬਰ ਪਾਰਲੀਮੈਂਟ, ਤੇ 273 ਦੇ ਨਾਲ 72 ਦੇ ਨਾਲ ਸਰਕਾਰ ਬਣ ਜਾਂਦੀ ਹੈ। ਜੇ ਵਧੀਆ ਸਾਰਾ ਕੁਝ ਠੀਕ ਹੈ, ਜੇ ਇਦਾਂ ਹੀ ਚਾਹੀਦਾ ਤਾਂ ਫਿਰ ਮੈਨੂੰ ਲੱਗਦਾ ਦਿੱਲੀ ਵਾਲਿਆਂ ਨੂੰ ਵੀ ਚਿੱਠੀ ਲਿਖਣੀ ਚਾਹੀਦੀ ਹੈ ਕਿ ਭਾਈ ਜੇ ਇਹ ਯੂਪੀ 'ਚ ਲੜੀਂਦਾ, ਬਾਕੀ ਭਾਰਤ ਦੇ ਵਿੱਚ ਵੀ ਤਾਂ ਆਬਾਦੀ ਦਾ ਕੁਛ ਨਾ ਕੁਛ ਦੇਖਣਾ ਪਊਗਾ ਨਾ। ਤੇ ਨਾਲ ਦੀ ਨਾਲ ਕੱਲਾ ਇਹ ਨਹੀਂ ਕਿ ਆਪਾਂ ਆਉਣ ਵਾਲਾ ਸਮਾਂ ਦੇਖਣਾ, ਅੱਜ ਵਾਲੇ ਜਿੰਨੇ ਬੱਚੇ ਨੇ ਉਹਨਾਂ ਨੂੰ ਚੰਗੇ ਸਕੂਲ, ਉਹਨਾਂ ਨੂੰ ਚੰਗੀ ਸਿਹਤ ਸਹੂਲਤ, ਉਹਨਾਂ ਨੂੰ ਚੰਗੀ ਖੁਰਾਕ, ਚੰਗਾ ਪਾਣੀ, ਕਿਉਂਕਿ ਗੰਗਾ ਨਦੀ ਦੇ ਵਿੱਚੋਂ ਬਹੁਤ ਸਾਰੇ ਸੈਂਪਲ ਲਏ ਗਏ ਆ, ਹਾਲਾਂਕਿ 5-6 ਸੂਬਿਆਂ ਦੇ ਵਿੱਚੋਂ ਦੀ ਹੋ ਕੇ ਗੁਜ਼ਰਦੀ ਹੈ। ਸੰਧਾਲੀਆ ਸਭ ਸੈਂਪਲ ਤਾਂ ਇਸ ਕਰਕੇ ਲਏ ਸੀ ਕਿ ਕਰੋਨਾ ਵਾਲਾ ਮਸਲਾ ਤਾਂ ਨਹੀਂ, ਲਾਸ਼ਾਂ ਸੀ ਨਾ ਵਿੱਚ, ਪਰ ਹੁਣ ਕਹਿੰਦੇ ਆਕਸੀਜਨ ਬੜੀ ਘੱਟ ਹੈ ਉੱਥੇ, ਕਿਉਂਕਿ ਪਾਣੀ 'ਚ ਵੀ ਜੀਵ ਹੁੰਦੇ ਆ, ਉਹਨਾਂ ਨੇ ਵੀ ਸਾਹ ਲੈਣਾ ਹੁੰਦਾ। ਤੇ ਹੁਣ ਜਿੱਥੋਂ ਵੀ ਸੈਂਪਲ ਨਮੂਨੇ ਲਏ ਆ, ਇੱਕ ਵੀ ਥਾਂ ਇਦਾਂ ਦੀ ਨਹੀਂ ਜਿੱਥੇ ਆਕਸੀਜਨ ਪੂਰੀ ਹੋਵੇ। ਤਾਂ ਇਹ ਵੀ ਕਹਿ ਦਿੱਤਾ ਗਿਆ ਕਿ ਉਹ ਸਾਡੀ ਬਹੁਤ ਹੀ ਪਵਿੱਤਰ ਨਦੀ ਗੰਗਾ, ਤੇ ਉਹ ਸੈਂਪਲਾਂ ਦੇ ਵਿੱਚੋਂ ਕਿਹਾ ਕਿ ਨਹਾਇਓ ਨਾ,
ਜੇ ਗੰਗਾ ਦੇ ਪਾਣੀ ਨਾਲ ਨਹਾਓਗੇ ਤਾਂ ਨੁਕਸਾਨ ਹੋ ਸਕਦਾ। ਸਾਨੂੰ ਬਹੁਤ ਕੁਝ ਦੇਖਣਾ ਪਊਗਾ, ਇਕੱਲੇ ਇੱਕੋ ਫੈਸਲੇ ਦੇ ਨਾਲ ਗੱਲ ਨਹੀਂ ਬਣਨੀ। ਨਹੀਂ, ਬਿਲਕੁਲ ਸਹੀ। ਸੋ ਇਹ ਜੇ ਇਸ ਵਕਤ ਯੂਪੀ ਦੇ ਵਿੱਚ ਜਾਂ ਯੂਪੀ ਸਰਕਾਰ ਨੇ ਪ੍ਰਸਤਾਵ ਲਿਆਂਦਾ ਤੇ ਮੇਰੇ ਖਿਆਲ ਨਾਲ ਇਹ ਹੋ ਸਕਦਾ ਵੀ ਆਉਣ ਵਾਲੇ ਦਿਨਾਂ 'ਚ ਡਿਬੇਟ ਦਾ ਵਿਸ਼ਾ ਬਣ ਜੇ। ਪਰ ਜੇ ਮਤਲਬ ਸਕਾਰਾਤਮਕ ਡਿਬੇਟ ਬਣਦੀ ਫਿਰ ਤਾਂ ਫਾਇਦਾ ਪੋਜ਼ਿਟਿਵ ਵਾਲੇ ਪਾਸੇ ਜਾਂਦੀ ਹੈ, ਤੇ ਜੇ ਇਹਨੂੰ ਕੋਈ ਸਿਆਸੀ ਤੌਰ ਤੇ ਘੜੀਸਣ ਰੋਲਣ ਹੀ ਲੱਗ ਪੈਣਾ, ਕੁਝ ਪਤਾ ਨਹੀਂ ਕੱਲ ਨੂੰ ਲਾਲੂ ਪ੍ਰਸਾਦ यादव भी बयान दे दें भी उन्हें जिन्होंने नौ न्याणे हैं ऐदा किदा ये आज शुरू कर रहे हैं, कल को बोलेंगे कि वो जो मुख्यमंत्री है MP है वो भी नहीं दोबारा इलेक्शन लड़ सकते, ऐसे कैसे हो जाएगा ना। हम नहीं मानते कुछ हो सकता भी कल को गरारी पा भी पवे। यूपी च बहुत लीडर ऐसे होंगे जिन्होंने कई न्याणे आ, अगले कहणगे हुण ये लोकल चोणां तो शुरू होए आ, कल नूं पता नहीं वधा के बह जाण, फिर लोकां गल्लां पता करनियां ਉਹ ਯਾਰ ਇਹਨਾਂ ਦਾ ਕੁਝ ਨਹੀਂ ਪਤਾ ਲੱਗਦਾ, ਨਾ ਜੋਗੀ ਸਾਹਿਬ ਨੇ ਵਿਆਹ ਕਰਾਇਆ ਨਾ ਮੋਦੀ ਸਾਹਿਬ ਦਾ ਕੋਈ ਗਾਂ ਨਿਆਣਾ ਹੀ, ਇਹ ਆਪਣੇ ਨਿਆਣਿਆਂ ਦਾ ਭਵਿੱਖ ਤਬਾਹ ਕਰਨ ਨੂੰ ਫਿਰਦੇ। ਜੇ ਤੇ ਚਰਚਾ ਇੱਧਰ ਨੂੰ ਚੱਲ ਪਈ ਫੇਰ ਗਰਾਰੀ ਦੂਜੇ ਪਾਸੇ ਜਾ ਸਕਦੀ, ਮੁਸ਼ਕਲ ਹੋ ਜਾਣੀ ਹੈ। ਸੰਧਾਲੀਆ ਸਾਹਿਬ ਜਾਂਦੇ 350 ਕਿਲੋ ਹੈਰੋਇਨ ਫੜ ਹੋਣ ਦਾ ਪਤਾ ਲੱਗਾ, 2500 ਕਰੋੜ ਦੀ ਜੀ ਫੜ ਹੋਈ ਆ ਦਿੱਲੀ ਦੇ ਨੇੜਿਓਂ। 4-5 ਬੰਦੇ ਵੀ ਫੜ ਹੋਏ ਆ, ਪੰਜਾਬ ਦੇ ਨਾਲ ਸੰਬੰਧਿਤ ਵੀ ਆ, ਕਸ਼ਮੀਰ ਦੇ ਨਾਲ ਸੰਬੰਧਿਤ ਵੀ, ਤੇ ਕਹਿੰਦੇ ਮੱਧ ਪ੍ਰਦੇਸ਼ ਵੱਲ ਲੈ ਕੇ ਜਾਣੀ ਸੀ। ਬਹੁਤ ਸਾਰਾ ਉੱਦਾਂ ਦਾ ਕੈਮੀਕਲ ਜਿਹਾ ਵੀ ਫੜ ਹੋਇਆ ਜਿਹਦੇ ਨਾਲ ਉਹਨੂੰ ਪ੍ਰੋਸੈਸ ਵੀ ਅੱਗੇ ਕਰਨਾ ਸੀ, ਭਾਰਤ 'ਚ ਵਿਕਣੀ ਸੀ, ਵਿਦੇਸ਼ 'ਚ ਜਾਣੀ ਸੀ। ਅਫਗਾਨਿਸਤਾਨ ਦਾ ਕਨੈਕਸ਼ਨ ਫਿਰ ਜੁੜਿਆ। ਮੁੰਡੇ ਉਹ ਫੜ ਹੋ ਗਏ, ਬਹੁਤ ਵਧੀਆ ਗੱਲ ਹੈ ਕਿ ਨਸ਼ਾ ਕਿਸੇ ਦੇ ਢਿੱਡ 'ਚ ਨਹੀਂ ਗਿਆ, ਚੰਗੀ ਗੱਲ ਹੈ। ਪਰ ਇੱਥੇ ਮਸਲਾ ਇਹ ਆ ਕਿ ਹੇਠਲੇ ਪੱਧਰ ਵਾਲੇ ਫੜ ਹੋ ਜਾਂਦੇ ਜਿਹੜੇ ਡਾਕੀ ਹੁੰਦੇ ਆ, ਜਿਹੜੇ ਅਗਲੇ ਪਾਸੇ ਨੂੰ ਕੁਰੀਅਰ ਦੇ ਤੌਰ ਦੇ ਉੱਤੇ ਉਹਨੂੰ ਲੈ ਕੇ ਜਾਂਦੇ ਆ। ਪਰ ਅਫਗਾਨਿਸਤਾਨ ਤੋਂ ਜੇ ਚੱਲੀ ਹੈ, ਉੱਥੋਂ ਕਿਸੇ ਨੇ ਪੈਕ ਕੀਤੀ ਹੋਣੀ ਹੈ, ਉੱਥੋਂ ਕਿਸੇ ਨੂੰ ਇਹਨਾਂ ਨੇ ਆਰਡਰ ਦਿੱਤਾ ਹੋਣਾ, ਉੱਥੇ ਰੁਪਈਆਂ ਦਾ ਭੁਗਤਾਨ ਹੋਇਆ ਹੋਣਾ, ਮੁੰਬਈ ਦੇ ਸਮੁੰਦਰੀ ਤੱਟ ਤੇ ਆਈ ਹੋਣੀ ਹੈ, ਉੱਥੋਂ ਦਿੱਲੀ ਤੱਕ ਪਹੁੰਚੀ ਹੋਣੀ ਹੈ। ਮਾੜੇ ਬੰਦੇ ਦਾ ਕੰਮ ਤਾਂ ਨਹੀਂ ਹੋਣਾ। ਉੱਪਰਲੇ ਪਾਸੇ ਮੱਛੀ ਕੋ ਮੱਛ ਵੱਡਾ ਬੈਠਾ ਹੋਣਾ। ਆ ਪਿਛਲੇ ਦਿਨਾਂ 'ਚ ਵੀ ਫੜ ਹੋਈ ਸੀ, ਜਦੋਂ ਇੱਧਰੋਂ ਪੰਜਾਬ ਦਾ ਇੱਕ ਗੱਭਰੂ ਜਿਹੜਾ ਉਹ ਕਾਬੂ ਆਇਆ ਸੀ ਤੇ ਚਰਚਾ ਬੜੀ ਉਹਦੀ ਚੱਲੀ ਸੀ। ਵਿਰਸਾ ਸਿੰਘ ਬਲਟੋਆ ਸਾਹਿਬ ਨੇ ਕਈ ਤਰ੍ਹਾਂ ਦੇ ਇਲਜ਼ਾਮ ਲਾਤੇ ਸੀ। ਹੁਣ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਵੱਡਾ ਬੰਦਾ ਫੜ ਹੋਊਗਾ ਕਿ ਨਹੀਂ, ਜਿਹੜੇ ਉੱਪਰਲੇ ਪਾਸਿਓਂ ਸਾਰੀ ਦੀ ਸਾਰੀ ਘੰਟੀ ਵਜਾਉਂਦੇ ਆ, ਉਹਦਾ ਸਾਨੂੰ ਇੰਤਜ਼ਾਰ ਰਹਿਣਾ। ਦੇਖੋ ਇਹ ਤਾਂ ਹੁਣ ਜੇ ਉਹ ਫੜ ਲਵੇ ਤੇ ਚੰਗੀ ਗੱਲ ਆ, ਜੇ ਨਾ ਫੜਿਆ ਤੇ ਫਿਰ ਕੋਈ ਨਾ ਕੋਈ ਲੀਡਰ ਬਿਆਨ ਦੇ ਦੂਗਾ 6 ਹਫ਼ਤਿਆਂ 'ਚ ਆਪਾਂ ਖਤਮ ਕਰ ਦੇਣਾ, ਪਿਛਲੇ ਵਾਲਿਆਂ ਕੋਲੋਂ ਤੇ 4 'ਚ ਨਹੀਂ ਹੋਇਆ, ਪਰ ਅਸੀਂ 6 ਹਫ਼ਤਿਆਂ 'ਚ ਨਸ਼ਾ ਖਤਮ ਕਰ ਦੇਣਾ। ਵੋਟਾਂ ਪਾਓ ਤਗੜੇ ਹੋ, ਵੋਟਾਂ ਪਾਓ। ਚਲਿਏ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਆਓ ਜੀ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।